वाहिगुरु जी की फतेह। गुरमुख प्यारिओ, महाराज सच्चे पातशाह ने बहुत कृपा की है कि आप इस कलयुग विच सतगुरु श्री गुरु ग्रंथ साहब महाराज सच्चे पातशाह की शरण विच एकत्र हो रहे हैं और अमृतमई गुरबाणी का हर जस कीर्तन सरवण कर रहे हैं। जदों असीं परमात्मा की उस्तत कीर्तन द्वारा सरवण करते तो उसनूं सुणदे होया साडा मन थिर घर के रस्ते के उपर चलता है, जिसनों महाराज गुरबाणी दे विच समझाउंदे ने, थिर साध सफरिया जह कीर्तन हरिया नानक सरनरिया। परमात्मा की उस्तत सुनन दे नाल मन के अंदर जग्यासा पैदा हुंदी है कि जिथों दी ये गल कर रहे ने, जिस माता पिता बारे जिस मूल दे बारे सानू दस्या जा रहा है, असीं उहदे नाल मिलाप करिए। इस करके ये सारा संगत विचों ही आन के प्रगट हुंदा है। इस करके गुरबाणी नूं जदों असीं सत संगत रूप विच विचारदे हां तो वह अस्थान सब तो उत्तम अस्थान बन जाता है। वो जिहड़ी सतसंगत है वो सतसर बन जाती है। तो जदों मन उत्थे बैठदा वो शुद्ध हो जाता है, उसकी मैल उतर जाती है। जिसनों महाराज गुरबाणी दे विच समझाउंदे, अमृतसर सतगुर सतवादी जित नाते कौआ हंस होए। हुण जदों मन की मैल उतरती है तो उसनूं फिर एक खेल का भेद मिलता है। जिन्नी देर तक मन मैला उन्नी देर तक उहदा प्यार नहीं पैंदा, उन्होंने इस अध्यात्मिक खेल की सोझी नहीं होंदी। पातशाह का फरमान है, मन मैला हर एक ना त्याए। जिहड़ा मन मैला उहदा प्यार नहीं पैगा, एक नाल एक दी खोज नहीं करेगा, वो एक दे रस्ते ते नहीं चलेगा, ਉਹਦਾ प्यार दूसरे ਦੇ ਨਾਲ ਪੈਂਦਾ जाएगा। जिस आज सामने तुसी एक आकार देख रहे हो, इस आकार के अंदर आत्मा का निवास है। आत्मा का ते परमात्मा का आपस में संपर्क है। हुण अपने अंदर आत्मा का वासा सहज घर विच है, जिसनूं निज घर कह दिता है। हुण आत्मा का परमात्मा दे नाल संपर्क है शब्द द्वारा। हुण असीं सारे जे परमात्मा नूं मिलना चाहुंदे हां, सच नाल जुड़ना चाहुंदे हां, तां सानूं आह रस्ता
ਅਖਤਿਆਰ ਕਰਨਾ ਪਏਗਾ, ਖੋਜ ਕਰਨੀ ਪਏਗੀ ਆਤਮਾ ਦਾ ਰਸਤਾ। ਜੇ ਮਨ ਇਸ ਰਸਤੇ ਦੀ ਖੋਜ ਨਹੀਂ ਕਰਦਾ, ਉਸ ਤਰ੍ਹਾਂ ਹੀ ਪਰਮਾਤਮਾ ਦੀ ਪ੍ਰਾਪਤੀ ਕਰਨੀ ਚਾਹੁੰਦਾ ਹੈ ਤੇ ਧਰਮ ਦਾ ਆਸਰਾ ਲੈਂਦਾ ਹੈ, ਤਾਂ ਗੁਰਬਾਣੀ ਵਿੱਚ ਪਾਤਸ਼ਾਹ ਸਮਝਾਉਂਦੇ ਨੇ, ਜਿਨ ਆਤਮ ਤਤ ਨਾ ਚੀਨਿਆ, ਸਭ ਫੋਕਟ ਧਰਮ ਅਭੀਨਿਆ। ਜੇ ਉਸਨੇ ਆਤਮ ਤਤ ਨੂੰ ਨਹੀਂ ਜਾਣਿਆ, ਆਤਮਾ ਰਾਮ ਦੀ ਪਛਾਣ ਨਹੀਂ ਕੀਤੀ, ਸੱਚੇ ਸ਼ਬਦ ਦੀ ਖੋਜ ਨਹੀਂ ਕੀਤੀ, ਉਹ ਜਿੰਨੀ ਵੀ ਕਿਰਿਆ ਕਰਦਾ ਹੈ ਸਾਰੀ ਬਿਰਥ ਹੈ। ਇਸ ਕਰਕੇ ਆਪਾਂ ਵਿਚਾਰ ਕਰ ਰਹੇ ਹਾਂ ਕਿ ਉਹ ਆਪਣਾ ਸਾਰਿਆਂ ਦੀ ਮੰਜ਼ਿਲ ਇੱਕ ਹੈ, ਆਪਣਾ ਮਨੋਰਥ ਇੱਕ ਹੈ ਸਾਰਿਆਂ ਦਾ। ਜਿੰਨੇ ਵੀ ਜੀਵ ਸੰਸਾਰ ਵਿੱਚ ਆਏ ਨੇ ਤੇ ਸਾਰਿਆਂ ਦਾ ਮਕਸਦ ਹੈ ਪਰਮਾਤਮਾ ਦੇ ਨਾਲ ਮਿਲਣਾ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਹੁਣ ਗੋਬਿੰਦ ਨੂੰ ਮਿਲਣ ਦੇ ਰਸਤੇ ਤੇ ਚੱਲਣਾ ਹੈ ਮਨ ਨੇ। ਅਸੀਂ ਸਾਰੇ ਮਨ ਹਾਂ। ਹੁਣ ਮਨ ਜੇ ਆਤਮ ਤੱਤ ਦੇ ਨਾਲ ਨਹੀਂ ਜੁੜਦਾ, ਇਹ ਕਾਲ ਦੇ ਦੇਸ਼ ਵਿੱਚ ਚਲਾ ਜਾਂਦਾ ਹੈ, ਕਾਲ ਦੇ ਦਾਇਰੇ ਦੇ ਵਿੱਚ। ਤੇ ਕਾਲ ਦੇ ਦਾਇਰੇ ਦਾ ਸੰਬੰਧ ਹੈ ਪਾਉਣ ਦੇ ਨਾਲ। ਜਿਹੜਾ ਮਨ ਕਾਲ ਦੇ ਦਾਇਰੇ ਵਿੱਚ ਚਲਾ ਗਿਆ, ਉਹ ਤ੍ਰੈ ਗੁਣਾਂ ਦੇ ਸੰਪਰਕ ਵਿੱਚ ਆ ਜਾਂਦਾ ਹੈ। ਤੇ ਤ੍ਰੈ ਗੁਣਾਂ ਦੇ ਵਿੱਚ ਚੱਲਣ ਵਾਲਾ ਮਨ ਇਹ ਆਤਮਾ ਰਾਮ ਤੋਂ, ਸੱਚੇ ਸ਼ਬਦ ਤੋਂ ਦੂਰ ਹੋ ਜਾਂਦਾ ਹੈ। ਤ੍ਰੈ ਗੁਣਾਂ ਨੂੰ ਮਾਇਆ ਕਹਿੰਦੇ ਨੇ। ਤੇ ਮਾਇਆ ਦੇ ਵਿੱਚ ਜਿਹੜਾ ਮਨ ਚੱਲਦਾ ਹੈ, ਉਸ ਬਾਰੇ ਬਾਣੀ ਦਾ ਫਰਮਾਨ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਈ ਬਹਰੋਲ ਕਚੋਲਾ। ਜਿਹੜਾ ਮਨ ਇਸ ਮਾਇਆ ਦੇ ਦਾਇਰੇ ਵਿੱਚ, ਉਹਦਾ ਇੱਧਰ ਪਿਆਰ ਨਹੀਂ ਪੈਂਦਾ, ਆਤਮ ਰਾਮ ਨੂੰ ਦੇਖਦਾ ਨਹੀਂ ਹੈ, ਸੱਚੇ ਸ਼ਬਦ ਦੀ ਖੋਜ ਨਹੀਂ ਕਰਦਾ, ਉਹ ਕਿੱਥੇ ਚਲਾ ਗਿਆ? ਕਾਲ ਦੇ ਦਾਇਰੇ ਵਿੱਚ। ਆਹ ਕਾਲ ਦਾ ਇਲਾਕਾ ਹੈ। ਹੁਣ ਕਾਲ ਦੇ ਦਾਇਰੇ ਵਿੱਚ ਕੀ ਹੋ ਰਿਹਾ ਹੈ? ਆਹ ਮਨ ਜਿਹੜਾ ਹੈ, ਅਸੀਂ ਮਨ ਹਾਂ ਸਾਰੇ। ਇਹ ਸਾਰਿਆਂ ਨੂੰ ਤੁਹਾਨੂੰ ਸਮਝ ਲੈਣਾ ਚਾਹੀਦਾ। ਅਸੀਂ ਸਰੀਰ ਨਹੀਂ ਹਾਂ, ਆਪਾਂ ਸਾਰੇ ਮਨ ਹਾਂ। ਤੇ ਮਨ ਦੀ ਜਿਹੜੀ ਜੋਤ ਹੈ, ਇਹ ਸੱਚ ਦੇ ਵਿੱਚੋਂ ਸ਼ਬਦ ਰਾਹੀਂ ਆਤਮਾ ਦੇ ਸੰਯੋਗ ਦੇ ਨਾਲ ਪ੍ਰਗਟ ਹੁੰਦੀ ਹੈ। ਇਸ ਕਰਕੇ ਮਨ ਦਾ ਜਿਹੜਾ ਘਰ ਹੈ, ਉਹ ਗੁਰਮੁਖਾਂ ਨੇ ਖੋਜ ਕੀਤੀ ਤੇ ਆ ਗਿਣਿਆ ਹੈ ਸੱਚਾ ਘਰ, ਜਿਸ ਨੂੰ ਚੌਥੀ ਸੁੰਨ ਕਿਹਾ ਹੋਇਆ ਹੈ। ਚੌਥੀ ਸੁੰਨ, ਸੱਚਾ ਮਹਿਲ, ਆਪਣਾ ਘਰ ਹੈ। ਇਹ ਕਦੋਂ ਸਾਨੂੰ ਪਤਾ ਲੱਗਦਾ? ਜਦੋਂ ਅਸੀਂ ਵਿਚਾਰ ਕਰਦੇ ਹਾਂ ਗੁਰਮੁਖਾਂ ਨਾਲ,
ਸਤਿਗੁਰ ਦੇ ਨਾਲ ਜਦੋਂ ਵਿਚਾਰ ਕਰਦੇ ਹਾਂ ਤੇ ਫਿਰ ਸਾਨੂੰ ਭੇਦ ਖੁੱਲ੍ਹਦਾ ਹੈ। ਹੁਣ ਜਿਸ ਤਰ੍ਹਾਂ ਦੁਨਿਆਵੀ ਮਾਤਾ ਪਿਤਾ ਦੇ ਨਾਲ ਜਦੋਂ ਤੁਸੀਂ ਵਿਚਾਰ ਕਰਦੇ ਹੋ ਤਾਂ ਇਸ ਲੋਕ ਦਾ ਗਿਆਨ ਹੁੰਦਾ ਹੈ, ਇਸ ਲੋਕ ਦੀ ਸੋਝੀ ਹੁੰਦੀ ਹੈ। ਆਹ ਆਪਣਾ ਘਰ ਹੈ, ਆਹ ਆਪਣਾ ਪਿੰਡ ਹੈ, ਆਹ ਆਪਣਾ ਫਲਾਨਾ ਹੈ। ਜਦੋਂ ਅਸੀਂ ਸਤਿਗੁਰ ਨਾਲ ਵਿਚਾਰ ਕਰਦੇ ਹਾਂ ਫਿਰ ਸਾਨੂੰ ਪਤਾ ਲੱਗਦਾ ਹੈ ਸਤਿਗੁਰ ਤੇ ਪਾਏ ਵਿਚਾਰਾ, ਸੁਨ ਸਮਾਦ ਸੱਚੇ ਘਰ ਵਾਰਾ। ਆਪਣਾ ਸਾਰਿਆਂ ਦਾ ਘਰ ਹੈ ਆ ਚੌਥੀ ਸੁਨ। ਇਸ ਸੁਨ ਵਿੱਚੋਂ ਹੀ ਮਨ ਆਇਆ ਹੈ ਇਸ ਇਲਾਕੇ ਵਿੱਚ। ਇਹ ਜਿਹੜਾ ਮਨ ਹੈ ਇਹ ਜਦੋਂ ਇਸ ਇਲਾਕੇ ਵਿੱਚ ਆਉਂਦਾ ਇਸ ਨੇ ਆਤਮਾ ਰਾਮ ਦੇ ਸੰਪਰਕ ਵਿੱਚ ਰਹਿਣਾ ਹੁੰਦਾ ਹੈ। ਇਸ ਕਰਕੇ ਕਿ ਇਹ ਜਾਗਤ ਅਵਸਥਾ ਦੇ ਵਿੱਚ ਰਵੇ। ਇਸ ਨੂੰ ਮਹਾਰਾਜ ਕਹਿੰਦੇ ਨੇ ਅਬ ਮਨ ਜਾਗਤ ਰਹੋ ਰੇ ਭਾਈ, ਗਾਫਲ ਹੋਏ ਕੇ ਜਨਮ ਗਵਾਇਓ। ਚੋਰ ਮੁੱਸੇ ਕਰ ਜਾਏ। ਇਹ ਜੇ ਆਤਮਾ ਰਾਮ ਦੇ ਨਾਲ ਜੁੜਿਆ ਰਹੇਗਾ, ਆਤਮਾ ਰਾਮ ਨੂੰ ਸਤਿਗੁਰ ਵੀ ਕਹਿੰਦੇ ਨੇ। ਪਰਮਾਤਮਾ ਨੂੰ ਸੱਚ ਕਿਹਾ ਹੋਇਆ ਹੈ। ਸੱਚ ਦੇ ਵਿੱਚੋਂ ਜਿਹੜਾ ਮੁੱਖ ਵਿੱਚੋਂ ਸ਼ਬਦ ਪ੍ਰਗਟ ਹੋ ਰਿਹਾ ਹੈ ਉਸ ਸ਼ਬਦ ਨੂੰ ਗੁਰੂ ਕਹਿੰਦੇ ਨੇ। ਇਸ ਸ਼ਬਦ ਨੂੰ ਗੁਰੂ ਵੀ ਕਹਿੰਦੇ ਨੇ। ਇਹਨੂੰ ਸੱਚ ਵੀ ਕਹਿੰਦੇ ਨੇ। ਤੇ ਜਦੋਂ ਇਹ ਸੱਚ ਦੇ ਮੁੱਖ ਵਿੱਚੋਂ ਸ਼ਬਦ ਪ੍ਰਗਟ ਹੁੰਦਾ ਹੈ, ਧੁਨ ਪ੍ਰਗਟ ਹੁੰਦੀ ਹੈ, ਅੰਦਰ ਜੋਤ ਜਿਹੜੀ ਪ੍ਰਗਟ ਹੁੰਦੀ ਹੈ ਸ਼ਬਦ ਦੁਆਰਾ, ਉਹਨੂੰ ਸਤਿਗੁਰ ਕਹਿੰਦੇ ਨੇ। ਜਦੋਂ ਇਕੱਠਾ ਪੜ੍ਹਦੇ ਨਾ ਉਹਨੂੰ ਕਹਿੰਦੇ ਨੇ ਸਤਿਗੁਰ। ਗੁਰਬਾਣੀ ਵਿੱਚ ਸਤਿਨਾਮ ਵੀ ਕਹਿੰਦੇ ਨੇ। ਇਹਨੂੰ ਸ਼ਬਦ ਨਿਰੰਜਨ ਵੀ ਕਹਿੰਦੇ ਨੇ, ਜੋਤ ਨਿਰੰਜਨ ਵੀ ਕਹਿੰਦੇ ਨੇ। ਕਿਉਂਕਿ ਇਹ ਜੋ ਸੱਚ ਦੀ ਜੋਤ ਹੈ ਇਹਦੇ ਵਿੱਚੋਂ ਜੋ ਸ਼ਬਦ ਪ੍ਰਗਟ ਹੋ ਰਿਹਾ ਹੈ, ਸ਼ਬਦ ਤੋਂ ਅੱਗੇ ਜਾ ਕੇ ਫਿਰ ਪ੍ਰਕਾਸ਼ ਪ੍ਰਗਟ ਹੁੰਦਾ ਹੈ, ਜੋਤ ਪ੍ਰਗਟ ਹੁੰਦੀ ਹੈ। ਜਿਸ ਤਰ੍ਹਾਂ ਮਾਰ ਕਹਿੰਦੇ ਜੈ ਝਿਲਮਿਲ ਕਾਰ ਦਸੰਤਾ ਤੇ ਅਨਹਦ ਸ਼ਬਦ ਵਜੰਤਾ। ਹੁਣ ਸ਼ਬਦ ਦੁਆਰਾ ਜਿਹੜੀ ਜੋਤ ਪ੍ਰਗਟ ਹੁੰਦੀ ਹੈ ਉਹਨੂੰ ਜੋਤ ਕਹਿਤਾ, ਪਰਮਾਤਮਾ ਨੂੰ ਨਿਰੰਜਨ ਕਹਿਤਾ। ਗੁਰਬਾਣੀ ਵਿੱਚ ਕਈ ਦਫਾ ਆਪਾਂ ਸ਼ਬਦ ਪੜ੍ਹਦੇ ਹਾਂ ਜੋਤ ਨਿਰੰਜਨ, ਸ਼ਬਦ ਨਿਰੰਜਨ, ਸਤਨਾਮ ਇਹਨੂੰ ਕਿਹਾ ਹੋਇਆ ਹੈ। ਇੱਥੇ ਜਾ ਕੇ ਪਾਤਸ਼ਾਹ ਨੇ ਇਸ ਨੂੰ ਗੁਰਬਾਣੀ ਦੇ ਵਿੱਚ ਫਿਰ ਸਾਨੂੰ ਭੇਜ ਦਿੱਤਾ ਹੈ ਮੂਲ ਮੰਤਰ ਦਾ। ਮੂਲ ਹੈ ਸੱਚ, ਆਪਣਾ ਸਾਰਿਆਂ ਦਾ ਜਿਹੜਾ ਮੁੱਢ ਹੈ ਇੱਕ। ਮੂਲ ਦੇ ਮੁੱਖ ਵਿੱਚੋਂ, ਸੱਚ ਵਿੱਚੋਂ ਜਿਹੜੀ ਧੁਨ ਪੈਦਾ ਹੋ ਰਹੀ ਹੈ ਉਹਨੂੰ ਮੰਤਰ ਕਹਿੰਦੇ ਨੇ। ਆ ਜੋ ਸੱਚ ਹੈ, ਮੂਲ ਹੈ, ਇਹਨੂੰ ਹਰੀ ਵੀ ਕਿਹਾ ਹੈ। ਆ ਸ਼ਬਦ ਨੂੰ ਅੱਗੇ ਜਾ ਕੇ ਨਾਮ ਵੀ ਕਹਿੰਦੇ ਨੇ। ਪਾਤਸ਼ਾਹ ਕਹਿੰਦੇ ਨੇ ਮੂਲ ਮੰਤਰ ਹਰ ਨਾਮ ਰਸਾਇਣ। ਨਾਮ ਦੇ ਵਿੱਚ ਸਮਾਉਣ ਦੇ ਨਾਲ ਸਾਨੂੰ ਰਸ ਮਿਲਦਾ ਹੈ। ਇਹ ਰਸਾਂ ਦੀ ਖਾਣ ਹੈ। ਅੰਮ੍ਰਿਤ ਰਸ, ਨਾਮ ਰਸ, ਹਰ ਰਸ, ਬ੍ਰਹਮ ਰਸ ਇਹਦੇ ਵਿੱਚੋਂ ਪੈਦਾ ਹੁੰਦਾ ਹੈ। ਇਹਨੂੰ ਰਸਾਂ ਦੀ ਖਾਣ ਕਹਿੰਦੇ ਨੇ। ਤੇ ਮਹਾਰਾਜ ਕਹਿੰਦੇ ਨੇ ਮੂਲ ਮੰਤਰ ਹਰ ਨਾਮ ਰਸਾਇਣ, ਕਹੋ ਨਾਨਕ ਪੂਰਾ ਪਾਇਆ। ਜਿਹੜੇ ਗੁਰਮੁਖ ਇਸ ਨਾਮ ਨਾਲ ਜੁੜਦੇ ਨੇ, ਨਾਮ ਦੇ ਵਿੱਚ ਸਮਾ ਕੇ ਸੱਚ ਦੇ ਨਾਲ ਮਿਲਾਪ ਕਰਦੇ ਨੇ, ਉਹ ਅਬਿਨਾਸੀ ਪੁਰਖ ਦੇ ਨਾਲ ਮਿਲ ਜਾਂਦੇ ਨੇ। ਇਸ ਕਰਕੇ ਇਹ ਜਿਹੜਾ ਸ਼ਬਦ ਹੈ ਇਹਨੂੰ ਗੁਰੂ ਦਾ ਨਾਮ ਦਿੱਤਾ ਹੋਇਆ। ਮਨ ਨੂੰ ਸਮਝਾਏ ਕਿ ਜਦੋਂ ਤੁਸੀਂ ਇਸ ਲੋਕ ਵਿੱਚ ਆਉਣਾ
ਇਸ ਸ਼ਬਦ ਗੁਰੂ ਦੇ ਨਾਲ ਜੁੜਨਾ, ਆਤਮਾ ਰਾਮ ਦੇ ਸੰਪਰਕ ਦੇ ਵਿੱਚ ਰਹਿਣਾ, ਤੇ ਤੁਹਾਨੂੰ ਗਿਆਨ ਮਿਲਦਾ ਰਹੇਗਾ। ਜਾਗਤ ਅਵਸਥਾ ਦੇ ਵਿੱਚ ਰਹੋਗੇ ਤੇ ਸਤਿਗੁਰ ਦੇ ਨਾਲ ਰਹੋਗੇ ਤੇ ਜਾਗਦੇ ਰਹੋਗੇ। ਤੇ ਮਾਰੇ ਕਹਿੰਦੇ ਨੇ, 8 ਪਹਿਰ ਆਰਾਧੀਏ ਪੂਰਨ ਸਤਿਗੁਰ ਗਿਆਨ। ਹੁਣ ਜਿਹੜੇ ਗੁਰਮੁਖ ਨੇ, ਜੇ ਤਾਂ ਉਹ ਸ਼ਬਦ ਗੁਰੂ ਦੀ ਸ਼ਰਨ ਵਿੱਚ ਰਹਿੰਦੇ ਨੇ, ਸਤਿਗੁਰੂ ਦੀ ਸ਼ਰਨ ਦੇ ਵਿੱਚ ਰਹਿੰਦੇ ਨੇ, ਉਹ 12 ਘੰਟੇ ਇਸ ਲੋਕ ਵਿੱਚ ਜਿਹੜੇ 4 ਪਹਿਰ ਨੇ, ਤੇ 4 ਪਹਿਰ ਉਸ ਲੋਕ ਦੇ ਵਿੱਚ 12 ਘੰਟੇ ਦੇ ਛੱਡ ਕੇ ਜਾਂਦੇ ਨੇ ਜਿੱਥੇ, ਉਹ 8 ਪਹਿਰ ਜਾਗਤ ਅਵਸਥਾ ਦੇ ਵਿੱਚ ਰਹਿੰਦੇ ਨੇ। ਕੌਣ ਰਹਿੰਦੇ ਨੇ? ਜਿਹੜੇ ਸਤਿਗੁਰ ਦੀ ਸ਼ਰਨ ਵਿੱਚ ਚਲੇ ਗਏ, ਸ਼ਬਦ ਗੁਰੂ ਦੀ ਸ਼ਰਨ ਵਿੱਚ ਚਲੇ ਗਏ, ਮਨ ਜਾਗਤ ਅਵਸਥਾ ਦੇ ਵਿੱਚ। ਉਹਨਾਂ ਬਾਰੇ ਪਾਤਸ਼ਾਹ ਕਹਿੰਦੇ, 8 ਪਹਿਰ ਆਰਾਧੀਏ ਪੂਰਨ ਸਤਿਗੁਰ ਗਿਆਨ। 8 ਪਹਿਰ ਹੀ ਇਸ ਲੋਕ ਦੇ ਵਿੱਚ ਆ ਕੇ ਵੀ ਉਹ ਸਨਮੁਖ ਰਹਿੰਦੇ ਨੇ। ਅਨੂਪ ਜੋ ਦਰਸ਼ਨ ਕਰਦੇ ਰਹਿੰਦੇ ਨੇ, ਮਾਲਕ ਦੇ ਮੁਖ ਦੀ ਆਵਾਜ਼ ਨੂੰ ਸੁਣਦੇ ਰਹਿੰਦੇ ਨੇ। ਇਹ ਇਲਾਕਾ ਛੱਡ ਗਏ ਤੇ ਆਪਣੇ ਘਰ ਦੇ ਵਿੱਚ ਵੀ ਜਾ ਕੇ, ਜਿਸ ਤਰ੍ਹਾਂ ਆਮ ਮਨੁੱਖ ਸੁਪਨਾ ਦੇਖਦਾ ਹੈ, ਉਹ ਸੁਪਨੇ ਵਿੱਚ ਨਹੀਂ ਜਾਂਦੇ, ਉੱਥੇ ਵੀ ਸੱਚ ਦੇ ਸਨਮੁਖ ਰਹਿੰਦੇ ਨੇ। ਉਹ 8 ਪਹਿਰ ਹੀ ਜਾਗਦੇ ਰਹਿੰਦੇ ਨੇ। ਇਸ ਕਰਕੇ ਮਨ ਨੂੰ ਸਮਝਾਇਆ ਗਿਆ ਹੈ ਕਿ ਅਬ ਮਨ ਜਾਗਤ ਰਹੋ ਰੇ ਭਾਈ। ਮਨ ਨੇ ਜਾਗਦਿਆਂ ਰਹਿਣਾ ਹੈ। ਜੇ ਮਨ ਜਾਗਦਾ ਰਵੇ, ਇਸ ਨੂੰ ਆਪਣੇ ਘਰ ਦਾ ਭੇਦ। ਲੇਕਿਨ ਇਹ ਮਨ ਇਸ ਇਲਾਕੇ ਵਿੱਚ ਆਉਂਦਾ ਹੈ, ਪਾਉਣ ਦੇ ਨਾਲ ਸੰਪਰਕ ਹੁੰਦਾ, ਕਾਲ ਦੇ ਦੇਸ਼ ਵਿੱਚ ਚਲਾ ਗਿਆ, 3 ਗੁਣੀ ਮਾਇਆ ਪ੍ਰਗਟ ਹੋ ਗਈ, ਸੌਂ ਗਿਆ। ਹੁਣ ਮਨ ਸੌਂ ਜਾਂਦਾ ਹੈ ਤੇ ਕਿੱਥੇ ਸੁੱਤਾ ਹੈ? ਇਹਨੂੰ ਬਾਣੀ 'ਚ ਕਹਿੰਦੇ ਨੇ 3 ਗੁਣ। ਤਿਹਿ ਗੁਣੀ ਸੰਸਾਰ ਭਰਮ ਸੁੱਤਾ। ਹੁਣ ਕਾਲ ਨੇ ਦੇਖਿਆ ਵੀ ਜਿੰਨੇ ਵੀ ਮਨ ਆਏ, ਇਹ ਸਾਡੇ ਇਲਾਕੇ ਵਿੱਚ ਆ ਕੇ ਤੇ ਸੌਂ ਗਏ। ਹੁਣ ਕਾਲ ਦੇਖਦਾ ਹੈ, ਉਹਨਾਂ ਦੇਖਿਆ ਵੀ ਸੌਂ ਗਏ ਨੇ ਸਾਰੇ, ਤੇ ਸੁੱਤੇ ਹੋਏ ਨੇ, ਇਹ ਕਿਤੇ ਜਾਗ ਨਾ ਪੈਣ। ਤੇ ਜਾਗਣਾ ਕਿਵੇਂ ਹੈ ਇਹਨਾਂ ਨੇ? ਵੀ ਕੋਈ ਇਹਨਾਂ ਨੂੰ ਉਠਾਲਣ ਵਾਲਾ ਹੋਏਗਾ, ਕੋਈ ਹਲੂਣ ਕੇ ਜਗਾਏਗਾ। ਤੇ ਜਗਾਉਣ ਵਾਸਤੇ ਪਰਮਾਤਮਾ ਨੇ ਇੱਧਰੋਂ ਜਿਸ ਤਰ੍ਹਾਂ ਮਨ ਨੂੰ ਭੇਜਿਆ ਹੈ, ਉਹ ਗੁਰਮੁਖਾਂ ਨੂੰ ਭੇਜਦੇ ਰਹਿੰਦੇ ਨੇ ਵੀ ਮਨ ਜਾਂਦੇ ਨੇ, ਸੌਂ ਜਾਂਦੇ ਨੇ, ਤੁਸੀਂ ਜਾ ਕੇ ਉਹਨਾਂ ਨੂੰ ਜਗਾਇਆ ਕਰੋ। ਬਹੁਤ ਸਾਰੇ ਪਾਤਸ਼ਾਹ ਕਹਿੰਦੇ, ਸੁਤੜੇ ਅਸੰਖ ਝੂਠੀ ਮਾਇਆ ਕਾਰਨੇ, ਨਾਨਕ ਸੇ ਜਗਨ ਜੇ ਰਸਨਾ ਨਾਮ ਉਚਾਰਨੇ। ਹੁਣ ਮਨ ਆਏ ਤੇ ਇੱਥੇ ਸੌਂ ਗਏ ਕਾਲ ਦੇ ਇਲਾਕੇ ਵਿੱਚ। ਹੁਣ ਮਨ ਸੌਂ ਗਏ ਤੇ ਕਾਲ ਨੇ ਦੇਖਿਆ ਵੀ ਇਹ ਜਾਗ ਨਾ ਪੈਣ। ਕਾਲ ਨੇ ਕੀ ਕੀਤਾ? ਇਹਨਾਂ ਨੂੰ ਹੋਰ ਭਰਮ ਦੇ ਵਿੱਚ ਪਾਉਣ ਵਾਸਤੇ ਇਸ ਦੇਸ਼ ਦੇ ਵਿੱਚ ਆਪਣਾ ਰਾਜ ਪ੍ਰਬੰਧ ਚਲਾਉਣਾ ਸ਼ੁਰੂ ਕਰ ਲਿਆ। ਸਾਰਾ ਕੰਟਰੋਲ ਆਪਣੇ ਹੱਥ ਵਿੱਚ ਲੈ ਲਿਆ ਵੀ ਇਹਨਾਂ ਨੂੰ ਪਤਾ ਹੀ ਨਾ ਲੱਗੇ। ਕਾਲ ਨੇ ਸਾਰਾ ਕੰਟਰੋਲ ਆਪਣੇ ਹੱਥ ਵਿੱਚ ਲੈ ਕੇ ਤੇ ਸਾਰਾ ਪ੍ਰਬੰਧ ਆਪਣੇ ਹੱਥ ਵਿੱਚ ਕੀ ਅਵਸਥਾ ਬਣਾ ਦਿੱਤੀ। ਲੱਭ ਪਾਪ ਦੋਇ ਰਾਜਾ, ਮੈਂ ਤਾਂ ਕੂੜੋ ਆਸਕਦਾਰ। ਕਾਮ ਨੈਬ ਸਦ ਪੁੱਛੀਏ, ਬਹਿ ਬਹਿ ਕਰੇ ਵਿਚਾਰ। ਅੰਧੀ ਰਈਅਤ ਗਿਆਨ ਵੀ ਹੋਣੀ, ਭਾਏ ਭਰੇ ਮੁਰਦਾਰ। ਕਾਲ ਨੇ ਆਪਣਾ ਰਾਜ ਕਰਨਾ ਸ਼ੁਰੂ ਕੀਤਾ।
ਤੇ ਆਪਣੇ ਰਾਜ ਦੇ ਵਿੱਚ ਇਹੋ ਜਿਹੇ ਦਰਬਾਰੀ ਰੱਖ ਲੈ ਜਿਹੜੇ ਮਨਾਂ ਨੂੰ ਜਗਾਉਣ ਦੀ ਬਜਾਏ ਹੋਰ ਭਰਮ ਦੇ ਵਿੱਚ ਪਾ ਦੇਣ। ਇਹ ਸੁੱਤੇ ਹੋਏ ਨੇ, ਹੋਰ ਗੂੜੀ ਨੀਂਦੇ ਸੌਂ ਜਾਣ। ਕੀ ਹੋਇਆ? ਹੁਣ ਗੁਰਬਾਣੀ ਵਿੱਚ ਦੱਸਿਆ ਹੋਇਆ ਵੀ ਜਿਹੜੇ ਗਿਆਨੀ ਨੇ, ਗੁਰਮੁਖ ਜਦੋਂ ਸਿਮਰਨ ਕਰਦਾ ਤੇ ਸ਼ਬਦ ਗੁਰੂ ਦੀ ਸ਼ਰਨ ਵਿੱਚ ਚਲਾ ਜਾਂਦਾ, ਉਹਨੂੰ ਗਿਆਨੀ ਕਹਿੰਦੇ ਨੇ। ਮਾਰੇ ਜਿਸੇ ਕਹਿੰਦੇ ਨੇ ਗੁਰਮੁਖ ਰੋਮ ਰੋਮ ਹਰਿ ਧਿਆਵੇ। ਜਦੋਂ ਗੁਰਮੁਖ ਦੀ ਅਵਸਥਾ ਰੋਮ ਰੋਮ ਸਿਮਰਨ ਦੀ ਹੁੰਦੀ ਹੈ, ਸ਼ਬਦ ਦੀ ਸ਼ਰਨ ਵਿੱਚ ਚਲਾ ਗਿਆ, ਸ਼ਬਦ ਨਾਲ ਜਦੋਂ ਜੁੜ ਜਾਂਦਾ ਹੈ, ਗੁਰਮੁਖ ਪਰਚੈ ਸ਼ਬਦ ਗਿਆਨੀ। ਸ਼ਬਦ ਨਾਲ ਲਿਵ ਜੋੜਨ 'ਤੇ ਉਹਨੂੰ ਗਿਆਨ ਹੁੰਦਾ ਹੈ। ਉਹ ਜਿਹੜਾ ਗਿਆਨ ਹੈ ਉਸ ਨੂੰ ਬ੍ਰਹਮ ਦਾ ਗਿਆਨ ਕਹਿੰਦੇ ਨੇ। ਉਹਨੂੰ ਜਾਗਤ ਅਵਸਥਾ ਦੇ ਵਿੱਚ ਲਿਆਂਦਾ ਜਾਂਦਾ ਹੈ। ਸ਼ਬਦ ਨਾਲ ਜੁੜਨ 'ਤੇ ਜਦੋਂ ਉਹ ਆਪਣੇ ਘਰ ਜਾਂਦੇ ਨੇ, ਇਸ ਘਰ ਦੀ ਉਹਨਾਂ ਨੂੰ ਸੋਝੀ ਹੋ ਜਾਂਦੀ ਹੈ ਤੇ ਸਾਰੇ ਖੇਲ ਦਾ ਭੇਦ ਮਿਲਦਾ ਵੀ ਕਿਸ ਤਰ੍ਹਾਂ ਖੇਲ ਚੱਲ ਰਿਹਾ ਹੈ। ਉਹਨੂੰ ਗੁਰਮੁਖ ਕਹਿੰਦੇ ਨੇ, ਉਹਨੂੰ ਗਿਆਨੀ ਕਹਿੰਦੇ ਨੇ। ਤੇ ਉਹਦੀ ਪਛਾਣ ਦਿੱਤੀ ਹੋਈ ਹੈ, ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ। ਗਿਆਨੀ ਕਿਹੋ ਜਿਹਾ ਹੋਣਾ ਚਾਹੀਦਾ ਹੈ? ਆਪ ਪਛਾਣੇ ਬੁੱਝੇ ਸੋਏ। ਸ਼ਬਦ ਦੇ ਨਾਲ ਜੁੜਨ 'ਤੇ ਜੋਤ ਜਦੋਂ ਅੰਦਰ ਪ੍ਰਗਟ ਹੋ ਗਈ, ਉਹਨੇ ਆਪਣੇ ਆਪ ਦੀ ਪਛਾਣ ਕਰ ਲਈ ਕਿ ਮੇਰੀ ਇਹ ਜਿਹੜੀ ਜੋਤ ਹੈ ਇਹ ਤਾਂ ਸੱਚ ਵਿੱਚੋਂ ਪ੍ਰਗਟ ਹੋ ਰਹੀ ਹੈ। ਉਹ ਆਤਮਾ ਰਾਮ ਦੇ ਸਨਮੁਖ ਹੋ ਜਾਂਦਾ ਹੈ। ਜਿੱਥੇ ਆਪਾਂ ਪੜ੍ਹਦੇ ਹਾਂ ਆਤਮ ਰਾਮ ਤਿਸ ਨਦਰੀ ਆਇਆ। ਜਦੋਂ ਉਸ ਨੂੰ ਆਪਣੇ ਆਪ ਦੀ ਪਛਾਣ ਹੋ ਗਈ, ਸੋਝੀ ਹੋ ਗਈ, ਉਸ ਨੂੰ ਕਹਿੰਦੇ ਨੇ ਗਿਆਨੀ। ਉਹ ਗਿਆਨੀ ਦਰਗਾਹ ਦੇ ਵਿੱਚ ਪ੍ਰਵਾਨ ਹੈ। ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ। ਆਪ ਪਛਾਣੇ ਬੁੱਝੇ ਸੋਏ। ਉਹਨੂੰ ਪਛਾਣ ਹੋ ਗਈ ਤੇ ਉਹ ਦੇਖਦਾ ਹੈ ਸੁੱਤੇ ਹੋਏ ਨੇ ਸਾਰੇ। ਤੇ ਉਹ ਕੀ ਕਹਿੰਦਾ ਹੈ? ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਹੋ ਸੋਇਆ। ਉਹ ਆਂਦਾ ਸੁੱਤੇ ਹੋਏ ਹੋ, ਜਾਗੋ। ਹੁਣ ਕਾਲ ਕੀ ਕਰਦਾ ਹੈ? ਕਾਲ ਨੇ ਜਦੋਂ ਇਹ ਸਾਰਾ ਪ੍ਰਬੰਧ ਸੰਭਾਲਿਆ ਤੇ ਆਪਣੇ ਹੀ ਗਿਆਨੀ ਪੈਦਾ ਕਰਨੇ ਸ਼ੁਰੂ ਕਰ ਦਿੱਤੇ। ਉਹ ਗਿਆਨੀ ਜਿਹੜੇ ਜਗਾਉਣ ਦੀ ਬਜਾਏ ਹੋਰ ਭਰਮ ਦੇ ਵਿੱਚ ਪਾਉਣਾ ਸ਼ੁਰੂ ਕਰਦੇ ਨੇ, ਉਹਨਾਂ ਨੂੰ ਗੁਰਬਾਣੀ ਵਿੱਚ ਕਹਿੰਦੇ ਨੇ ਭਰਮ ਗਿਆਨੀ। ਪਰਿਓ ਕਾਲ ਸਭੇ ਜਾਗੂ ਪਰ ਮਾਹੇ ਲਿਖੇ ਭਰਮ ਗਿਆਨੀ। ਹੁਣ ਆ ਸੁੱਤਾ ਹੋਇਆ, ਉਤਰੋਂ ਕਾਲ ਨੇ ਭਰਮ ਗਿਆਨੀ ਨੂੰ ਭੇਜ ਦਿੱਤਾ। ਹੁਣ ਜਿਸ ਤਰ੍ਹਾਂ ਤੁਸੀਂ ਸ਼ਬਦ ਸਰਵਣ ਕਰ ਰਹੇ ਸੀ ਗੁਰਮੁਖਾਂ ਪਾਸੋਂ, ਸਤ ਸੰਗਤ ਅਸਥਾਨ ਜਗਮਗ ਨੂਰ ਹੈ। ਸੰਗਤ ਉਹ ਅਸਥਾਨ ਹੈ ਜਿੱਥੇ ਪਰਮਾਤਮਾ ਦੀ ਉਸਤਤ ਹੁੰਦੀ ਹੈ, ਪਰਮਾਤਮਾ ਦੀ ਵਡਿਆਈ ਹੁੰਦੀ ਹੈ, ਨਾਮ ਦੀ ਮਹਿਮਾ ਹੁੰਦੀ ਹੈ। ਉਹ ਅਸਥਾਨ ਨੂੰ ਗੁਰਮੁਖਾਂ ਨੇ ਵਡਿਆਈ ਦਿੱਤੀ ਹੈ। ਇੰਨੀ ਵਡਿਆਈ ਦਿੱਤੀ ਹੈ ਤੇ ਪਾਤਸ਼ਾਹ ਨੇ ਬਾਣੀ ਵਿੱਚ ਲਿਖਿਆ, ਸਤ ਸੰਗਤ ਕਾ ਗੁਣ ਬਹੁ ਅਧਿਕਾਈ, ਪੜ ਸੂਆ ਗਣਕ ਉਦਾਰੇ। ਵੀ ਗਣਕਾ ਨੇ ਇੱਕ ਤੋਤੇ ਦੀ ਸੰਗਤ ਕੀਤੀ ਤੇ ਉਹ ਭਵਸਾਗਰ ਨੂੰ ਪਾਰ ਕਰ ਗਈ। ਸੰਗਤ ਦਾ ਐਡਾ ਵੱਡਾ ਗੁਣ ਹੈ। ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਨੇ ਕਿ ਸਤ ਸੰਗਤ, ਜਿੱਥੇ ਆਪਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆਉਂਦੇ ਹਾਂ, ਇਹ ਸਭ ਤੋਂ ਉੱਚਾ ਅਸਥਾਨ ਹੈ ਕਲਯੁਗ ਦੇ ਵਿੱਚ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਸਤ ਸੰਗਤ
मैं हर उस्तत है। इत्थे हरि दी उस्तत हुंदी है। संग साधु मिले प्यारिया, से पुरख प्राणी धन जन है। उपदेश करे पर उपकारिया, हर नाम दिरड़ावै, हर नाम सुनावै, हर नामे जग निस्तारिया। संगत विच आके नाम नूं जदों असीं दृढ़ करदे हां, नाम नूं जपदे हां, मन जागत अवस्था दे विच आ जांदा। इस करके संगत की निशानी ही ये दसी हुई पातशाह ने, सत संगत कैसी जानिए, जिथे एको नाम खाणीए। लेकिन हुण काल ने की कीता, ये जिहड़े सुते हुए मन ने ये जाग ना पैण। ये हरि की उस्तत सुन के किते जाग ना पैण, क्योंकि जागना है, जागना जागण नीका, हर कीर्तन में जागना। की होया, काल ने अपने ज्ञानी नियुक्त कर दिते। काल दे देश विच उन्होंने बाहरी पढ़ाई करा दिते ते ज्ञानियां नूं की कीता, रंगदार कढ़ाई वाले कपड़े पवा दिते। तरह तरह की उपर कढ़ाई हुई है। उन्होंने वाजा दे दिता भी वाजा लैके गाउना शुरू कर दितो, ते उन्होंने गाउना शुरू कर दिता। तो पातशाह कहते कैसी अवस्था बन गई, ज्ञानी नचे वाजे वावे, रूप करे शिगार। उन्होंने वाजे लैके उच्ची उच्ची गाउना शुरू कर दिता। उच्चे कूके वादा गावे, जोधा का विचार। उन्होंने वाद विवाद दियां कहानियां शुरू कर लियां। आत्म आराम की कोई गल नहीं की, सच की कोई उस्तत नहीं की, नाम का कोई भेद नहीं दिता। उथे की होने लगा, ज्ञानी नचे वाजे वावे, रूप करे शिगार, उच्चे कूके वादा गावे, जोधा का विचार। उन्होंने सूरबीरा बारी उस्तत करनी शुरू कर दी। परमात्मा की उस्तत छड्ड गए। ते मालिक देखदा भी जिहदी ये उस्तत कर रहे ने, उन्होंने भेजण वाला तो मैं हाँ। इत्थे मैं ही तो उन्होंने कला दिती हुई है, तो जे मैं उन्होंने कला ही ना दिंदा, तो जिहड़े काम की उस्तत कर रहे ने, वो एडा वड्डा कर्म किवें कर सकदा सी। ते पातशाह गुरबाणी च कहिंदे ने, अत सूरा जे कहू कहावे, प्रभ की कला बिना कहता वे। भावें कोई अत दर्जे का अपने आप को सूरमा समझदा, आंदे ने परमात्मा ने उहदे विच कला रखी है। तो वह कहन लगा, मैं अपनी कला भावें किसी कीड़ी दे विच रख दियां, वो लखां दा लश्कर तबाह कर सकती है। सारा खेल तो मेरी कला का है। निकी कीरी मैं कल राखे, भस्म करे लश्कर कोट लाखे। ते मैं कला रखण वाला हाँ, तो मेरी उस्तत ही भुल गए ने सारे, मेरी कोई उस्तत ही नहीं करता। हुण काल ने दूसरे की उस्तत शुरू करा दी। हुण पंडित हुंदे सी जिन्हां ने मन की पत्री पढ़ के सुनाउणी हुंदी। जिस हुण आपां बैठे हाँ, कई दफ़ा असीं गल्लां करदे हां कि मेरा मन बड़ा दुखी है, विचारां में चले जाते हैं कई जीव, आउणगे मेरा मन नहीं टिकदा, मन दुखी है। तो पातशाह कहते हैं तुसीं जाओ तो अपनी पत्री वाचो, मन की पत्री खिलाओ अपनी, क्यों दुखी हो रहा है। तो जदों पत्री खोलते हैं, आंदे मन की पत्री वाचनी, सुखी हो सुखसार। जदों मन की पत्री गुरमुख खोलते हैं, उन्होंने कहते हैं सुरता पंडित। जिहड़ा सुरता पंडित है, वह मन की पत्री वाचदा है।
कित्थों शुरू करदा? जन्मे जियो, जिथों ये जी का जन्म होया है, मन का जन्म होया। जाने जे थाओ सुरता पंडित ताका नाओ। जिथों मन का जन्म होया है, जिहड़ा उस थां नूं लभ लैंदा है, उहनूं कहंदे ने सुरता पंडित, जागदा होया। वो फिर इथों शुरू करता है भी मन का जन्म कित्थों होया। कित्थों होया? साडा सारिਆਂ ਦਾ जन्म सुन विचों। पंज तत्त सुनो प्रगासा, प्रगट करके इनू इस देह दे नाल जोड़िया गया। देह संजोगी कर्म अभ्यासा। वो फिर इथों कहानी शुरू करते हैं साडे जन्म की। इस करके महाराज कहते हैं बबाणियां कहानियां पुत सपुत करेन। ਜਿਹੜੇ असली सपुत्र ने, असली पुत्र ने, वो इथों की गल करते हैं कित्थों जन्म होया साडा। जे सतगुर भावे तो मन लैन, सही कर्म करें। हुण इथों पत्री वाची उन्होंने इथों कहानी शुरू कर ली। इनू कहते हैं अकथ कहानी। अकथ कहानी साडे मन की कहानी है, जिसनों आपां सुनना हुंदा है, अपने मन की कहानी। असी कित्थों आए हैं सारे, साडा जन्म कित्थों होया है, साडा माता पिता कौन है, साडा घर किहड़ा है, असी उथों किवें चले हाँ, ते चलदे चलदे असी किवें घर नूं जाण दा राह भुल गए। वो फिर इथों जदों पिछा करते हैं, सारी कहानी सुणाउंदे ने भी किवें मन का जन्म होया, किवें इसनूं निज घर विच भेजिया गया, किवें इसका अभ्यास कराया गया, किवें इहदा फिर संसार दे विच देह नाल जोड़िया, किवें इहदी लिव टुट गई, लिव टुटण तो बाद किस तरह पौण विच आके मिल गया, किस तरह त्रै गुणा विच आ गया, त्रै गुणा विच आके किवें इह लिव दा रस्ता छड्ड के धा दे रस्ते चला गया, ते किवें इसनूं पंजां दूतां ने पकड़ लिया ते वो इसनूं दुखी करदे ने। वो जदों सारी कहानी सुनते हैं तो वो कहते भी खेल तो आ है सारा, सानू इत्थे कोई भी दुखी करने वाला नहीं है, तो झगड़ा तो है इन्हां दा जिहड़े अंदर बैठे हुए ने। तो उन्होंने फिर रिजल्ट कढ़ दिता, कहो कबीर पंच को झगड़ा, झगड़त जन्म गवाया। भी झगड़ा ही इन्हां दा है, यही तुहानूं परेशान करते हैं। आंदे हुण की करिए, आंदे इन्हां नूं पासे कर दिओ, तुसीं घर चले जाओ तो सुख ही सुख है। आंदे किवें जाइए? उन्हां दे कोल एक शब्द हुंदा है गुरमंत्र, जिस तरह आ शब्द है, इनू बाणी च कहंदे ने शब्द गुरु। एक गुरमंत्र है, उसनूं कहंदे ने गुर शब्द, जिहड़ा ऐस लोक दे विच सानू गुरु बख्शिश करता है। तो गुरु अगों संतां की ड्यूटी ला दिंदा है, संत गुरमुखां की ड्यूटी ला दिंदे ने, क्योंकि बीमारी वध रही है। आंदे फैल जाओ जिथे जिथे भी, तो ये छेती छेती इन्हां नूं घर पहुँचाओ। वो फिर सारिਆਂ की ड्यूटी लगी हुई है, वो गुरमंत्र जपण का तरीका दसते हैं। आंदे आ लो ज्ञान खड़ग कर कृपा दीना, दूत मारे कर धाई है, हर का नाम जपो जाप जपने, जीत आओ वसो कर अपने। इथों सिमरन करते ने, घर चले गए, सतगुरु की शरण में चले गए, तो सतगुरु की शरण में जो चले गए तो एक कलेश खत्म हो गया, सुख ते आनंद आ गया। उन्होंने कहते हैं मन की पत्री वाच ली तो सुखी हो गए। हुण काल ने किया भी इन्हों मन का भेद आ ना सके, काल ने अपने पंडित बनाए हुए हैं। वो पंडित शरीर की पत्री वाचते हैं। हुण कई दफ़ा तुसीं देखिया ना, लोग जाते हैं पत्री खिलाउण, वो जन्म तो खोलते हैं, वो शरीर के जन्म की गल करी जाते हैं। ये जिहड़ा आकार है, ये तो हर बार असीं नवां लैंदे हाँ, जोत तो ही रहिंदी है, कपड़ा बदल जाता है। हुण कपड़े की काहदी पत्री बनाउणी,
ਉਹਨੂੰ ਕਹਿੰਦੇ ਨੇ ਮੂਰਖ ਪੰਡਤ। ਹਿਕਮਤ ਹੁਜਤ ਸੰਜੇ ਕਰੇ ਪਿਆਰ। ਹੁਣ ਕਾਲ ਨੇ ਆਪਣੇ ਪੰਡਤ ਬਣਾ ਲਏ। ਇੱਥੇ ਕਾਲ ਦੇ ਦਾਇਰੇ ਦੇ ਵਿੱਚ ਬਹੁਤ ਸਾਰੇ ਪੰਡਤ ਨੇ, ਮਿਲ ਜਾਣਗੇ ਤੁਹਾਨੂੰ। ਹੁਣ ਉਸ ਪੰਡਤ ਨੂੰ ਪਤਾ ਹੀ ਨਹੀਂ ਰਾਮ ਨਾਮ ਕੀ ਹੁੰਦਾ ਹੈ। ਇਹਨੂੰ ਰਾਮ ਨਾਮ ਹੀ ਕਹਿੰਦੇ ਨੇ। ਤੇ ਬਾਣੀ 'ਚ ਫਰਮਾਉਂਦੇ ਨੇ ਕਿ ਪੰਡਤ ਦਾ ਕੰਮ ਹੈ ਰਾਮ ਨਾਮ ਦੀ ਖੋਜ ਕਰਨੀ। ਸੋ ਪੰਡਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੁਧ ਹੈ। ਹੁਣ ਰਾਮ ਨਾਮ ਹੈ ਜੋ ਰਾਮ ਸੱਚ, ਉਹਦੇ ਮੁਖ ਦੀ ਆਵਾਜ਼, ਉਸ ਨੂੰ ਨਾਮ ਕਿਹਾ। ਜਦੋਂ ਉਹਦੇ ਨਾਲ ਜੁੜਦੇ ਹਾਂ ਤੇ ਆਤਮ ਰਾਮ ਪ੍ਰਗਟ ਹੋ ਜਾਂਦਾ ਹੈ। ਰਾਮ ਨਾਮ ਆਤਮ ਮੈਂ ਸੁਧ ਹੈ, ਰਾਮ ਨਾਮ ਸਾਰ ਰਸ ਪੀਵੇ। ਉਸ ਪੰਡਤ ਕੇ ਅਵਦੇਹ ਜਗ ਜੀਵੇ। ਜਦੋਂ ਉਸ ਨੂੰ ਰਸ ਆਉਂਦਾ ਹੈ, ਉਹ ਪੰਡਤ ਇਸ ਘਰ ਵਿੱਚ ਬੈਠਾ ਹੁੰਦਾ ਹੈ। ਇੱਥੇ ਬੈਠ ਕੇ ਉਹ ਫਿਰ ਇੱਥੋਂ ਦਾ ਗਿਆਨ ਦਿੰਦਾ ਹੈ, ਜਿਸ ਨੂੰ ਸੁਣ ਕੇ ਜੀਵ ਸੁਖੀ ਹੁੰਦੇ ਨੇ। ਹਰ ਕੀ ਕਥਾ ਹਿਰਦੇ ਵਸਾਵੇ, ਸੋ ਪੰਡਤ ਫਿਰ ਜਿਉਂਦਾ। ਉਹ ਹਰੀ ਦੀ ਕਥਾ ਅਨਹਦ ਬਾਣੀ ਸੁਣਦਾ ਰਹਿੰਦਾ ਤੇ ਜਨਮ ਮਰਨ ਤੋਂ ਰਹਿਤ ਰਹਿੰਦਾ ਹੈ। ਹੁਣ ਇੱਥੇ ਮਾਰੇ ਕਹਿੰਦੇ ਨੇ ਐਸੇ ਪੰਡਤ ਬਣ ਗਏ ਜਿਨ੍ਹਾਂ ਨੂੰ ਪਤਾ ਹੀ ਨਹੀਂ। ਮੂਰਖ ਪੰਡਤ ਹਿਕਮਤ ਹੁਜਤ ਸੰਜੇ ਕਰੇ ਪਿਆਰ। ਹੁਣ ਬਾਕੀ ਜਿਹੜੇ ਇਸ ਇਲਾਕੇ ਵਿੱਚ ਆਏ ਸੁੱਤੇ ਹੋਏ ਨੇ ਤੇ ਉਹਨਾਂ ਦਾ ਸਾਰਾ ਕੰਮ ਗਿਆਨ ਇੰਦਰੀਆਂ ਦਾ ਕਾਲ ਨੇ ਸਾਂਭ ਲਿਆ। ਮਨ ਨੇ ਸਤੋ ਗੁਣ ਤੇ ਜਾ ਕੇ ਕਿਰਤ ਕਰਨੀ ਸੀ, ਸਤੋ ਗੁਣ ਤੇ ਰਹਿ ਕੇ ਉਸਨੇ ਕਰਮ ਕਰਨਾ ਸੀ, ਕਿਰਤ ਕਰਨੀ ਸੀ। ਚਾਹੇ ਨੌਕਰੀ ਕਰੇ, ਦਿਹਾੜੀ ਕਰੇ, ਦੁਕਾਨ ਕਰੇ, ਬਿਜ਼ਨਸ ਕਰੇ, ਕੋਈ ਵੀ ਕਰਮ ਕਰੇ। ਤੇ ਕਰਮ ਦੇ ਨਾਲ ਨਾਲ ਉਸਨੇ ਧਰਮ ਦੇ ਰਸਤੇ ਤੇ ਚੱਲਣਾ ਸੀ। ਇਹ ਸੌਂ ਗਿਆ। ਇਹ ਸਾਰਾ ਕਰਮ ਕਿਹਨਾਂ ਦੇ ਹੱਥਾਂ ਵਿੱਚ ਆ ਗਿਆ? ਇਹ ਜਿਹੜੇ ਪੰਜ ਸੀ, ਉਹਨਾਂ ਨੇ ਕਰਮ ਦਾ ਕਰਨਾ ਸ਼ੁਰੂ ਕਰ ਦਿੱਤਾ, ਪਰ ਧਰਮ ਦਾ ਰਸਤਾ ਛੱਡ ਦਿੱਤਾ। ਕਰਮ ਕਰਨਾ ਸ਼ੁਰੂ ਕਰ ਦਿੱਤਾ, ਵਿੱਚ ਲੋਭ ਆ ਗਿਆ। ਤੇ ਲੋਭ ਦੀ ਲਹਿਰ ਦੇ ਵਿੱਚੋਂ ਜਿਹੜਾ ਉਹ ਪੈਸਾ ਮਿਲਦਾ, ਉਹਨੂੰ ਦਾਨ ਦਿੰਦੇ ਜਾ ਕੇ। ਜਿੱਥੇ ਇਹ ਪੰਡਤ ਬੈਠੇ ਹੁੰਦੇ, ਜਿੱਥੇ ਇਹ ਗਿਆਨੀ ਬੈਠੇ ਹੁੰਦੇ, ਜਿੱਥੇ ਕੋਈ ਹੋਰ, ਉੱਥੇ ਜਾ ਕੇ ਦਾਨ ਦਿੰਦੇ। ਉਹ ਇਹਨਾਂ ਨੂੰ ਸਰੋਪਾ ਦਿੰਦੇ ਵੀ ਵਾਹ ਵਾਹ ਹੁਣ ਤੁਸੀਂ ਮੁਕਤ ਹੋ ਜਾਓਗੇ। ਉਹ ਖੁਸ਼ ਹੋ ਜਾਂਦੇ। ਕਹਿੰਦੇ ਧਰਮੀ ਧਰਮ ਕਰੇ ਗਵਾਵੇ, ਮੰਗੇ ਮੋਖ ਦਵਾਰ। ਧਰਮ ਦਾ ਕਾਰਜ ਛੱਡ ਦਿੱਤਾ, ਧਰਮ ਦੀ ਕਿਰਤ ਛੱਡ ਦਿੱਤੀ, ਪਾਪ ਦੀ ਕਿਰਤ ਕਰਨੀ ਸ਼ੁਰੂ ਕਰ ਦਿੱਤੀ। ਉਹਦੇ ਵਿੱਚ ਉਹ ਦਾਨ ਦੇਣਾ ਸ਼ੁਰੂ ਕਰ ਦਿੱਤਾ ਤੇ ਮੁਕਤੀ ਮੰਗਣੀ ਸ਼ੁਰੂ ਕਰ ਦਿੱਤੀ। ਹੁਣ ਬਹੁਤੀ ਅਵਸਥਾ ਦੇ ਵਿੱਚ ਅੱਜ ਦੇ ਜਿਹੜੇ ਜੀਵ, ਉਹ ਇਸ ਮਾਇਆ ਦੇ ਵਿੱਚ ਲੋਭ ਦੀ ਲਹਿਰ ਵਿੱਚ ਕਰਮ ਕਰਦੇ, ਉਹਦੇ ਵਿੱਚੋਂ ਕੋਈ ਦਾਨ ਦਿੰਦੇ ਤੇ ਦਾਨ ਦਿੰਦੇ। ਤੇ ਸਾਨੂੰ ਜਿਸ ਤਰ੍ਹਾਂ ਬਹੁਤ ਕਈ ਅਮੀਰ ਹੋ ਜਾਂਦੇ ਨੇ, ਉਹ ਉਹਦੇ ਵਿੱਚੋਂ ਦਾਨ ਦਿੰਦੇ ਨੇ। ਉਹ ਬਾਹਰੀ ਤੌਰ 'ਤੇ ਦਾਨ ਦੇ ਸਕਦੇ ਨੇ, ਗੁਰਦੁਆਰਿਆਂ ਦੇ ਵਿੱਚ, ਮੰਦਰਾਂ ਦੇ ਵਿੱਚ, ਹੋਰ ਅਸਥਾਨਾਂ ਦੇ ਵਿੱਚ। ਤੇ ਉਹਦੇ ਬਦਲੇ ਉਹ ਮੁਕਤੀ ਮੰਗਦੇ ਕਿ ਅਸੀਂ ਅਮਰ ਹੋ ਜਾਈਏ। ਤੇ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਇਸ ਤਰ੍ਹਾਂ ਪੈਸੇ ਦੇ ਨਾਲ ਕਿਸੇ ਨੂੰ ਵੀ ਮੁਕਤੀ ਨਹੀਂ ਦਿੰਦਾ। ਪੈਸੇ ਦੇ ਨਾਲ ਮੋਖ ਦੁਆਰ ਪ੍ਰਾਪਤ ਨਹੀਂ ਹੁੰਦਾ, ਕਿਉਂਕਿ ਪਰਮਾਤਮਾ ਆਪ ਅਮੋਲਕ ਹੈ। ਤੇ ਉਹ ਦੁਨਿਆਵੀ ਜਿਹੜੇ ਪਦਾਰਥ ਨੇ ਉਹਦੇ ਵੱਲੋਂ ਹੀ ਦਿੱਤੇ ਹੋਏ ਨੇ। ਤੇ ਉਹਨਾਂ ਦੇ ਵਿੱਚੋਂ ਹੀ ਦਿੱਤਿਆਂ ਜੋ ਕੋਈ ਦਾਨ ਕਰਕੇ ਮੁਕਤੀ ਮੰਗਦਾ, ਉਹਦੇ ਇਸ ਤਰ੍ਹਾਂ ਨਹੀਂ ਮਿਲਦੀ। ਤੇ ਮਾਰੇ ਕਹਿਣ ਲੱਗੇ ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ, ਰਹੇ ਲੋਕ ਵਿਲ ਲਾਏ। ਹੁਣ ਇੱਥੇ ਦੁਖੀ ਹੁੰਦੇ ਨੇ ਜੀਵ, ਉਹਨਾਂ ਨੂੰ ਮੋਖ ਦੁਆਰ ਪ੍ਰਾਪਤ ਨਹੀਂ ਹੁੰਦਾ, ਮੁਕਤੀ ਮਿਲਦੀ ਨਹੀਂ। ਉਹਦੇ ਕਿਵੇਂ ਮਿਲ ਸਕਦੀ ਹੈ? ਜੇ ਅਸੀਂ ਆਤਮਾ ਰਾਮ ਦੀ ਸ਼ਰਨ ਵਿੱਚ ਚਲੇ ਜਾਈਏ, ਉੱਥੇ ਆਪਸ ਸਮਰਪਣ ਕਰ ਦਈਏ, ਆਪਣੇ ਵਿਚਾਰ ਜਿਹੜੇ ਨੇ ਖਤਮ ਕਰ ਦਈਏ ਤੇ ਵਿਚਾਰਾਂ ਨੂੰ ਖਤਮ ਕਰਕੇ ਤੇ ਉਹਦੀ ਸ਼ਰਨ ਵਿੱਚ ਚਲੇ ਜਾਈਏ, ਜਿਸ ਨੂੰ ਸੁੰਨ ਕਹਿੰਦੇ ਨੇ। ਜਿੱਥੇ ਆਤਮਾ ਰਾਮ ਦਾ ਵਾਸਾ ਹੈ, ਇਹਨੂੰ ਨਿਜ ਸੁੰਨ ਕਹਿ ਦਿੱਤਾ।
ਨਿਜ ਸੁਣ ਵਿੱਚ। ਨਿਜ ਸੁਣ ਦੇ ਵਿੱਚ ਜਾ ਕੇ ਅਸੀਂ ਸਮਰਪਣ ਹੋ ਜਾਈਏ, ਉੱਥੇ ਜਾ ਕੇ ਆਪਾਂ ਤਿਆਗ ਦਈਏ, ਐਸੀ ਅਵਸਥਾ ਵਿੱਚ ਚਲੇ ਜਾਈਏ। ਕਹਿੰਦੇ ਨੇ ਵੀ ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ, ਵਿੱਚੋਂ ਆਪ ਜਾਏ। ਜਿਹੜੀ ਅੰਦਰਲੇ ਸਾਡੇ ਵਿਚਾਰ ਨੇ, ਹਉਮੈ ਹੈ, ਉਹ ਖਤਮ ਹੋ ਜਾਏ, ਅਸੀਂ ਸਮਰਪਣ ਹੋ ਜਾਈਏ ਉਹਨਾਂ ਨੂੰ, ਅਤੇ ਉੱਥੇ ਫਿਰ ਸਾਡਾ ਉਹ ਮਿਲਾਪ ਕਰਾਉਂਦਾ ਹੈ, ਫਿਰ ਸਾਡਾ ਮਿਲਾਪ ਆਉਣਾ ਹੈ। ਅਤੇ ਜੇ ਅਸੀਂ ਇਸ ਅਵਸਥਾ ਵਿੱਚ ਨਹੀਂ ਜਾਵਾਂਗੇ, ਆਪਾਂ ਸਮਰਪਣ ਨਹੀਂ ਕਰਾਂਗੇ, ਆਪਣੇ ਵਿਚਾਰ ਨਹੀਂ ਛੱਡਾਂਗੇ, ਮਿਲ ਨਹੀਂ ਸਕਦੇ। ਇਸ ਕਰਕੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਕਹਿ ਦਿੱਤਾ ਹੈ, ਵਿਚਾਰ ਮਾਰੇ ਤਰੇ ਤਾਰੇ ਉਲਟ ਜੂਨ ਨਾ ਆਵਈ। ਜੇ ਤੁਸੀਂ ਆਪਣੇ ਅਸਲ ਘਰ ਜਾਣਾ ਚਾਹੁੰਦੇ ਹੋ ਤਾਂ ਇੱਧਰਲੇ ਵਿਚਾਰਾਂ ਨੂੰ ਤਿਆਗ ਕੇ ਤੁਸੀਂ ਇਸ ਸੁੰਨ ਵਿੱਚ ਚਲੇ ਜਾਓ, ਉੱਥੋਂ ਤੁਹਾਡਾ ਮਿਲਾਪ ਹੋ ਜਾਏਗਾ। ਆਪਾਂ ਸਮਰਪਣ ਕਰਦੇ ਹੋ। ਆਓ ਕਿਸ ਤਰ੍ਹਾਂ ਕਰਨਾ ਹੈ, ਆਪਾਂ ਸਿੱਖੀ ਜਾਈਏ। ਨਾਲ ਨਾਲ ਆਪਾਂ ਇਹਨਾਂ ਦਾ ਹਾਲ ਵੀ ਜਾਣੀ ਜਾਵਾਂਗੇ ਕਿ ਸੰਸਾਰ ਦੇ ਵਿੱਚ ਕੀ ਹੋ ਰਿਹਾ ਹੈ, ਕਿਸ ਅਵਸਥਾ ਦੇ ਵਿੱਚ ਕਾਲ ਅੱਜ ਜੀਵਾਂ ਨੂੰ ਲੈ ਗਿਆ ਹੈ। ਇੰਨਾ ਦੂਰ ਲੈ ਗਿਆ ਹੈ ਕਿ ਅੱਜ ਕੋਈ ਬ੍ਰਹਮ ਦੀ ਗੱਲ ਵੀ ਨਹੀਂ ਸੁਣਨੀ ਚਾਹੁੰਦਾ, ਪਰਮਾਤਮਾ ਦਾ ਕੋਈ ਬਚਨ ਹੀ ਨਹੀਂ ਸੁਣਨਾ ਚਾਹੁੰਦਾ। ਦ੍ਰਿਸ਼ਟਮਾਨ ਗੱਲਾਂ, ਇੱਧਰ ਉੱਧਰ ਦੀਆਂ ਕਹਾਣੀਆਂ, ਭਾਵੇਂ ਉਹਨਾਂ ਨੂੰ ਜਿੰਨੀਆਂ ਮਰਜ਼ੀ ਸੁਣਾਈ ਜਾਓ, ਅਤੇ ਪਰਮਾਤਮਾ ਦੀ ਜਦੋਂ ਗੱਲ ਉਹ ਸੁਣਦਾ ਹੀ ਨਹੀਂ। ਅਤੇ ਕੀ ਕਾਰਨ ਹੋ ਰਿਹਾ ਹੈ, ਕਿਵੇਂ ਇਸ ਕਾਲ ਨੇ ਸਾਰਾ ਜਾਲ ਫੈਲਾਇਆ ਹੋਇਆ, ਇਹ ਵੀ ਨਾਲ ਆਪਾਂ ਸਮਝੀ ਜਾਂਦੇ ਹਾਂ, ਨਾਲ ਆਪਣੇ ਬੰਧਨ ਕੱਟੀ ਜਾਂਦੇ ਹਾਂ। ਹੁਣ ਆਪਾਂ ਕੀ ਕਰਨਾ ਹੈ, ਇੱਧਰੋਂ ਵਿਚਾਰਾਂ ਨੂੰ ਰੋਕ ਕੇ ਨਿਜ ਸੁਣ ਵਿੱਚ ਜਾਣਾ ਹੈ। ਇਹਨੂੰ ਦਰ ਵੀ ਕਹਿੰਦੇ ਨੇ। ਸਮਰਪਣ ਹੋ ਜਾਣਾ ਹੈ। ਉੱਥੇ ਜਾ ਕੇ ਆਪੇ ਉਸ ਨੂੰ ਸ਼ਰਮ ਆਉਂਦੀ ਹੈ। ਮਾਰੇ ਕਹਿੰਦੇ ਸ਼ਰਮ ਭਾਈ ਨਰੈਣੇ ਨਾਨਕ ਦਰ ਪਈਆ। ਆਓ ਸਾਰੇ ਜਣੇ ਆਪਾਂ ਨਾਲ ਕੋਸ਼ਿਸ਼ ਕਰਦੇ ਜਾਈਏ। ਉਸ ਵਾਸਤੇ ਆਪਣੇ ਨੇਤਰ ਬੰਦ ਰੱਖਣੇ ਨੇ, ਸਿਮਰਨ ਕਰਨਾ ਹੈ ਬਾਹਰੋਂ ਆਪਣੇ ਅੰਤਰਗਤ ਜਾਣ ਵਾਸਤੇ। ਆਓ ਸਾਰੇ ਕਰੋ ਕਿਰਪਾ। ਵਾਹਿਗੁਰੂ ਵਾਹਿਗੁਰੂ। ਸਰੀਰ ਇਕੱਠਾ ਹੁੰਦਾ ਜਾਏਗਾ, ਟੈਂਪਰੇਚਰ ਡਾਊਨ ਹੋ ਜਾਏਗਾ, ਠੰਡਾ ਹੋ ਜਾਂਦਾ ਸਰੀਰ ਕਈ ਦਫਾ। ਐਸਾ ਜਦੋਂ ਤੁਸੀਂ ਸੰਗਤ ਵਿੱਚ ਬੈਠੇ ਸਿਮਰਨ ਕਰਦੇ ਹੋ, ਉਸ ਵਕਤ ਧਿਆਨ ਰੱਖਿਆ ਕਰੋ ਕਿ ਕੋਈ ਸਾਡਾ ਸਾਥੀ, ਜਿਸ ਤਰ੍ਹਾਂ ਕੋਈ ਸਾਰੇ ਸਿਮਰਨ ਕਰਾਉਂਦੇ ਨੇ, ਇੱਕ ਜਣਾ ਅੱਖਾਂ ਖੋਲ੍ਹ ਕੇ ਰੱਖੋ, ਬਾਕੀ ਬੰਦ ਕਰੋ। ਵੀ ਜੇ ਕੋਈ ਸਾਥੀ ਐਸਾ ਹਰਕਤ ਕਰਦਾ ਹੈ ਅਤੇ ਉਸ ਨੂੰ ਐਸਾ ਲਟਾ ਕੇ ਥੋੜ੍ਹਾ ਜਿਹਾ ਨਾਭੀ ਦੇ ਉੱਪਰ ਭਾਰ ਪਾ ਕੇ ਨੱਪ ਦੇਣਾ, ਉਹ ਫਿਰ ਨੋਰਮਲ ਸਵਾਸ ਚੱਲਣ ਲੱਗ ਜਾਏਗਾ, ਉਹਦੇ ਨਾਲ ਖਿੱਚ ਨਹੀਂ ਪਏਗੀ। ਕਿਉਂਕਿ ਪਾਉਣ ਦਾ ਸੰਬੰਧ ਸਿੱਧਾ ਸਰੀਰ ਨਾਲ ਹੁੰਦਾ ਹੈ। ਅਸੀਂ ਜਦੋਂ ਸ਼ਬਦ ਵਿੱਚ ਧਿਆਨ ਰੱਖ ਕੇ ਸਰੀਰ ਨੂੰ ਛੱਡਣਾ ਚਾਹੁੰਦੇ ਹਾਂ, ਲੰਮੇ ਪੈ ਰਹਿੰਦੇ ਉਹਨਾਂ ਨੂੰ, ਸਰੀਰ ਨੂੰ ਛੱਡਣਾ ਚਾਹੁੰਦੇ ਹਾਂ, ਅਤੇ ਅਸੀਂ ਇੱਧਰ ਨੂੰ ਜਾਣਾ ਹੈ ਆਪਣੇ ਸਹਿਜ ਕਰਨ ਨੂੰ। ਅਤੇ ਕਈ ਦਫਾ ਪਾਉਣ ਅਤੇ ਸ਼ਬਦ ਆਪਸ ਵਿੱਚ ਮਿਲ ਜਾਂਦੇ ਨੇ, ਅਤੇ ਛੇਤੀ ਸ਼ਬਦ ਪਾਉਣ ਨੂੰ ਨਹੀਂ ਛੱਡਦਾ। ਸਾਡੀ ਸੁਰਤੀ ਸ਼ਬਦ ਨਾਲ ਜੁੜੀ ਹੁੰਦੀ ਹੈ, ਅਤੇ ਉਦੋਂ ਇਸ ਸਰੀਰ ਦੀ ਹਰਕਤ ਹੋਣ ਲੱਗ ਜਾਂਦੀ ਹੈ, ਸ਼ਬਦ ਸੁਰਤੀ ਦਾ ਐਸਾ ਮਿਲਾਪ ਹੋ ਜਾਂਦਾ। ਸੋ ਇਹ ਧਿਆਨ ਰੱਖਣੀਆਂ ਆਉਂਦੀਆਂ। ਹੌਲੀ ਹੌਲੀ ਸਿਮਰਨ ਕਰਦੇ ਆਪਾਂ ਇੱਥੇ ਆ ਗਏ, ਇਹਨੂੰ ਨਿਜ ਸੁਣ ਕਹਿਤਾ, ਨਿਜ ਪਦ ਕਹਿਤਾ। ਇੱਥੇ ਬੈਠ ਕੇ ਇੱਥੋਂ ਫਿਰ ਸਾਡਾ ਘਰ ਦਾ ਖੇਲ ਸ਼ੁਰੂ ਹੋਣਾ। ਨਿਜ ਪਦ ਉੱਪਰ ਲਾਗੋ ਧਿਆਨ, ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ। ਇਹ ਤਾਂ ਹੁਣ ਆਪਣੇ ਵਾਸਤੇ ਹੈ। ਇੱਥੋਂ ਫਿਰ ਅਸੀਂ ਜਾਗਣ ਲੱਗ ਜਾਂਦੇ ਹਾਂ। ਇੱਧਰ ਜਿਹੜੇ ਸੁੱਤੇ ਹੋਏ ਨੇ ਉਹਨਾਂ ਨੂੰ ਫਿਰ ਗਿਆਨ ਨਹੀਂ। ਅਤੇ ਮਹਾਰਾਜ ਕਹਿੰਦੇ ਧਰਮੀ ਧਰਮ ਕਰੇ ਗਵਾਵੇ ਮੰਗੇ ਮੋਖ ਦੁਆਰ। ਹੁਣ ਕਾਲ ਨੇ ਇੰਨਾ ਭੁਲਾ ਦਿੱਤਾ ਉਹਨਾਂ ਨੂੰ। ਜੇ ਕੋਈ ਉਹਨਾਂ ਨਾਲ ਤੁਸੀਂ ਗੱਲ ਕਰੋ, ਕਈ ਉਦਾਹਰਨਾਂ ਦਿੰਦੇ ਨੇ ਅੱਗਿਓਂ। ਕਹਿੰਦੇ ਜੇ ਕੋ ਆਪੇ ਪੂਰਾ ਹੋਵੇ। ਜੇ ਕਿਸੇ ਨਾਲ ਗੱਲ ਕਰਦੇ ਨੇ, ਸਭ ਕੋ ਆਖੇ ਪੂਰਾ ਹੋਵੇ, ਘੱਟ ਨਾ ਕੋਈ ਆਖੇ। ਹੁਣ ਇਹਨਾਂ ਦੇ ਵਿੱਚੋਂ ਭਾਵੇਂ ਕਿਸੇ ਨਾਲ ਗੱਲ ਕਰ ਲਓ, ਇਹ ਸਾਰੇ ਕਹਿਣਗੇ ਵੀ ਅਸੀਂ ਪੂਰੇ ਹਾਂ, ਅਤੇ ਗੱਲਾਂ ਇੱਧਰ ਦੀਆਂ ਕਰੀ ਜਾਣਗੇ। ਉਹ ਦੇਸ਼ ਦੀ ਕੋਈ ਗੱਲ ਨਹੀਂ ਕਰੇਗਾ। ਪੂਰੇ ਦੇ ਨਾਲ ਮਿਲ ਕੇ ਹੀ ਪੂਰਾ ਹੋ ਸਕਦਾ ਹੈ, ਅਧੂਰੇ ਦੇ ਨਾਲ ਜੁੜ ਕੇ ਅਤੇ ਪੂਰਾ ਕਿਵੇਂ ਹੋ ਸਕਦਾ ਹੈ।
ਗੱਲਾਂ ਅਧੂਰੇ ਦੀਆਂ ਕਰਨਗੇ ਤੇ ਕਹਿਣਗੇ ਅਸੀਂ ਪੂਰੇ ਹਾਂ, ਸਾਨੂੰ ਗਿਆਨ ਹੋ ਗਿਆ। ਇਹ ਕਾਲ ਨੇ ਇਹਨਾਂ ਨੂੰ ਪਰਮਾ ਦਿੱਤਾ। ਤੇ ਪਾਤਸ਼ਾਹ ਕਹਿੰਦੇ ਸਭ ਕੋ ਆਖੇ ਪੂਰਾ ਹੋਵੇ, ਘੱਟ ਨਾ ਕੋਈ ਆਖੇ। ਆਂਦੇ ਤੁਸੀਂ ਪੂਰਾ ਪੂਰਾ ਹੀ ਕਹੀ ਜਾਣਾ। ਤੇ ਆਪੇ ਜਿੱਦਣ ਪਰਵਾਨੇ ਚੈੱਕ ਹੋਏ ਉਹ ਤਾਂ ਬਾਅਦ ਦੀ ਗੱਲ ਹੈ। ਪਤ ਪਰਵਾਨਾ ਪਾਸ਼ੇ ਪਾਈਏ ਤਾਂ ਨਾਨਕ ਤੋਲਿਆ ਜਾਪੇ। ਹੁਣ ਕਾਲ ਨੇ ਇਸਾਂ ਜ਼ਿਆਦਾਤਰ ਮਨਾਂ ਨੂੰ ਸਵਾਲ ਦਿੱਤਾ, ਸੌਂ ਗਏ ਸਾਰੇ ਤੇ ਸਾਰਾ ਕੰਟਰੋਲ ਆਪਦੇ ਹੱਥ ਵਿੱਚ ਲੈ ਲਿਆ, ਆਪਣੇ ਬੰਦੇ ਰੱਖ ਲਏ। ਤੇ ਕਾਲ ਨੇ ਦੇਖਿਆ ਵੀ ਹੁਣ ਸਫ਼ਰ ਕਰੀਏ, ਰਾਜਾ ਬਣ ਕੇ ਬਹਿ ਗਿਆ। ਤੇ ਹੁਣ ਰਾਜੇ ਨੇ ਜਿਸ ਤਰ੍ਹਾਂ ਰੱਥ ਰੱਖੇ ਹੁੰਦੇ ਨੇ, ਤੇ ਉਹ ਆਂਦੇ ਵੀ ਸਾਨੂੰ ਵੀ ਰੱਥ ਚਾਹੀਦਾ ਹੈ। ਤੇ ਕਾਲ ਨੇ ਇੱਕ ਰੱਥ ਰੱਖ ਲਿਆ। ਉਸ ਰੱਥ ਤੇ ਸਵਾਰ ਹੋ ਕੇ ਫਿਰ ਦੇਖਣ ਲੱਗਾ ਕਿਹੜਾ ਰੱਥ ਹੈ। ਕਲਯੁਗ ਰੱਥ ਅਗਨ ਕਾ, ਕੂੜ ਅਗੇ ਰਥਵਾ। ਹੁਣ ਐਸੀ ਅਵਸਥਾ ਬਣ ਗਈ, ਅਗਨ ਦੇ ਰੱਥ ਤੇ ਸਵਾਰ ਹੋ ਕੇ ਆ ਜਿਹੜਾ ਮੁੱਖ ਹੈ ਇਹਦੇ ਵਿੱਚ ਅਗਨ ਰੱਖੀ ਗਈ, ਇੱਥੇ ਕਾਲ ਬੈਠਾ ਆ ਕੇ। ਇਹ ਦੋ ਅਵਸਥਾ ਨੇ, ਤੁਸੀਂ ਪਛਾਣ ਕਰਨੀ ਹੈ, ਕਿਉਂਕਿ ਬ੍ਰਹਮ ਦੀ ਪੜ੍ਹਾਈ ਆਪਾਂ ਸਿੱਖ ਰਹੇ ਹਾਂ। ਜੇ ਤਾਂ ਮਨ ਇੱਥੇ ਸੁਣ ਵਿੱਚ ਸਮਾ ਜਾਂਦਾ ਜਾ ਕੇ, ਤੇ ਸੁਣ ਵਿੱਚ ਸਮਾਉਣ ਤੇ ਆਤਮਾ ਰਾਮ ਪ੍ਰਗਟ ਹੋ ਜਾਂਦਾ। ਤੇ ਉਸ ਵਕਤ ਇਹ ਸਰੀਰ ਜਿਹੜਾ ਹੈ, ਇਹ ਜਿਹੜੀਆਂ ਗਿਆਨ ਇੰਦਰੀਆਂ ਨੇ, ਇਹਦਾ ਇਸਤੇਮਾਲ ਫਿਰ ਸਤਿਪੁਰਖ ਕਰਦਾ ਹੈ, ਆਤਮਾ ਰਾਮ ਕਰਦਾ ਹੈ। ਉੱਥੇ ਪਾਤਸ਼ਾਹ ਕਹਿੰਦੇ ਨੇ ਟਾਰੀ ਨਾ ਟਰੇ ਆਵੇ ਨਾ ਜਾਏ, ਸੁਨ ਸਹਿਜ ਮੈਂ ਰਹਿਓ ਸਮਾਏ। ਮਨ ਮੱਧੇ ਜਾਣੇ ਜੇ ਕੋਏ, ਜੋ ਬੋਲੇ ਸੋ ਆਪੇ ਹੋਏ। ਜੋਤ ਮੰਤਰ ਮਨ ਅਸਤੇ ਕਰੇ, ਕਹੋ ਕਬੀਰ ਸੋ ਪ੍ਰਾਣੀ ਧਰੇ। ਹੁਣ ਮਨ ਉੱਥੇ ਜਾ ਕੇ ਸਮਾ ਗਿਆ ਤੇ ਇਹਨਾਂ ਗਿਆਨ ਇੰਦਰੀਆਂ ਦਾ ਕੰਟਰੋਲ ਸਤਿਪੁਰਖ ਕਰਦਾ ਹੈ, ਸਤਿਗੁਰ ਕਰਦਾ ਹੈ। ਉਹ ਆਪ ਬੋਲਣਾ ਸ਼ੁਰੂ ਕਰ ਦਿੰਦਾ ਹੈ। ਉਹ ਜਿਨ੍ਹਾਂ ਦੀ ਰਚਨਾ ਦਾ ਇਸਤੇਮਾਲ ਕਰਦਾ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਸੰਤ ਸਾਧੂ। ਪ੍ਰਭ ਜੀ ਬਸੇ ਸਾਧ ਕੀ ਰਸਨਾ। ਉਹ ਆਪ ਬੈਠ ਜਾਂਦਾ ਹੈ ਰਸਨਾ ਦੇ ਉੱਪਰ ਆ ਕੇ, ਨੇਤਰਾਂ 'ਚ ਆ ਗਿਆ। ਉਹ ਦ੍ਰਿਸ਼ਟੀ ਪਾਉਂਦੇ ਨੇ, ਦੂਸਰੇ ਦੇ ਪਾਪ ਖੰਡਨ ਕਰ ਦਿੰਦੇ ਨੇ। ਬ੍ਰਹਮ ਗਿਆਨੀ ਦ੍ਰਿਸ਼ਟ ਅੰਮ੍ਰਿਤ ਵਰਖਾ, ਉਹਦਾ ਭਲਾ ਕਰਦੇ ਨੇ। ਰਸਨਾ ਦੇ ਬੈਠਦੇ ਨੇ, ਉਹਦੀ ਉਸਤਤ ਸ਼ੁਰੂ ਹੋ ਗਈ। ਇਹ ਤੁਸੀਂ ਪਛਾਣਨਾ ਹੈ ਵੀ ਤੁਹਾਡੇ ਨਾਲ ਕੌਣ ਗੱਲ ਕਰਦਾ ਪਿਆ ਹੈ। ਆਕਾਰ ਨੂੰ ਤੁਸੀਂ ਛੱਡ ਚੁੱਕੇ ਹੋ। ਜਦੋਂ ਤੁਸੀਂ ਆਪਣੇ ਪਰਿਵਾਰ ਨਾਲ ਗੱਲ ਕਰਨੀ ਹੈ ਤੇ ਤੁਹਾਡੇ ਨਾਲ ਕੌਣ ਗੱਲ ਕਰਦਾ ਹੈ, ਇਹ ਹੁਣ ਤੁਸੀਂ ਦੇਖਣਾ ਵੀ ਕੌਣ ਬੋਲ ਰਿਹਾ ਹੈ। ਸਤਿਪੁਰਖ ਬੋਲ ਰਿਹਾ। ਤੇ ਜੇ ਸਤਿਪੁਰਖ ਬੋਲੇਗਾ, ਸਤਿਪੁਰਖ ਦਾ ਸੰਪਰਕ ਹੈ ਨਿਰੰਕਾਰ ਦੇ ਨਾਲ, ਤੇ ਉਹ ਪਰਮਾਤਮਾ ਦਾ ਹੀ ਖੇਲ ਚੱਲੇਗਾ ਸਾਰਾ। ਉਸ ਤੋਂ ਚੱਲੇਗੀ ਨਿਰੰਕਾਰ ਦੀ। ਤੇ ਜਾਂ ਇਹਨਾਂ ਦੇ ਚੋਂ ਕੋਈ ਬੋਲੇਗਾ। ਹੁਣ ਇਹ ਜਿਹੜੇ ਸੀ, ਇਹਨਾਂ ਦੇ ਉੱਪਰ ਮਨਮੁਖ ਦੇ ਕਾਲ ਨੇ ਕਬਜ਼ਾ ਕਰ ਲਿਆ। ਇੱਥੇ ਕਾਲ ਨੇ ਬੈਠ ਗਿਆ ਤੇ ਰਸਨਾ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ। ਹੁਣ ਕਾਲ ਬੋਲਣਾ ਸ਼ੁਰੂ ਕਰ ਦਿੰਦਾ ਹੈ। ਅਗਨ ਦਾ ਇੱਥੇ ਅਗਨ ਰੱਖੀ ਗਈ, ਬੈਠਾ ਆਣਗੇ, ਚੱਲ ਪਿਆ ਸਫ਼ਰ ਤੇ। ਇਹ ਜਿਹੜੀਆਂ ਗਿਆਨ ਇੰਦਰੀਆਂ ਆਪਣੇ ਕੰਟਰੋਲ 'ਚ ਕਰ ਲਈਆਂ ਉਹਨਾਂ ਨੇ। ਨੇਤਰਾਂ ਵਿੱਚ ਕਾਮ ਬੈਠ ਗਿਆ ਆਣ ਕੇ। ਇਸ ਧੀਰੀ ਦਾ ਇਸਤੇਮਾਲ ਜਿਹੜਾ ਹੈ ਅਗਨ ਤੱਤ ਨਾਲ ਸੰਬੰਧ ਹੁੰਦਾ ਹੈ, ਉਹਦਾ ਫਿਰ ਸੰਬੰਧ ਕਾਮ ਕਰਦਾ ਹੈ। ਅਗਨ ਹੈ, ਇੱਥੇ ਆ ਕੇ ਕਾਲ ਬੈਠਾ, ਉਹ ਕ੍ਰੋਧ ਦੀ ਡਿਊਟੀ ਲਾਉਂਦਾ ਹੈ। ਉਹਨਾਂ ਨੇ ਰੱਥ ਲਿਆ ਤੇ ਕਹਿੰਦੇ ਦੇਖੀਏ ਕਲਯੁਗ ਰੱਥ ਅਗਨ ਕਾ, ਕੂੜ ਅਗੇ ਰਥਵਾ। ਦੇਖਣ ਚੱਲੇ। ਹੱਥ ਵਿੱਚ ਉਹਨਾਂ ਨੇ ਤੀਰ ਕਮਾਨ ਫੜ ਲਿਆ। ਸਾਰੇ ਸੁੱਤੇ ਹੋਏ, ਕੋਈ ਵਿਰਲਾ ਵਿਰਲਾ ਉੱਠਣ ਦੀ ਕੋਸ਼ਿਸ਼ ਕਰਦਾ ਹੈ। ਜਿਸ ਤਰ੍ਹਾਂ ਹੁਣ ਆਪਾਂ ਥੋੜ੍ਹੇ ਜਿਹੇ ਜਣੇ ਹਾਂ, ਜਾਗਣ ਦੀ ਕੋਸ਼ਿਸ਼ ਕਰ ਰਹੇ ਹਾਂ। ਹੁਣ ਦੇਖਿਆ ਵੀ ਇਹ ਥੋੜ੍ਹਾ ਜਿਹਾ ਜਾਗਣ ਦੀ ਕੋਸ਼ਿਸ਼ ਕਰਦਾ। ਉਹਨਾਂ ਨੇ ਰੱਥ 'ਤੇ ਚੜ੍ਹੇ ਹੋਏ ਤੇ ਤੀਰ ਕਮਾਨ ਪਕੜੇ ਹੋਇਆ। ਆਂਦੇ ਵਿਣ ਬਾਣੇ ਧਨੁੱਖ ਚੜਾਈਏ, ਸਭ ਜਗ ਬੇਦਿਆ ਭਾਈ। ਮਾੜਾ ਜਿਹਾ ਕੋਈ ਉੱਠਦਾ ਹੈ, ਉਸੇ ਵੇਲੇ ਕਾਲ
तीर मारदा है, जख्मी करके सुटदा जांदा। तुसीं सिमरन कर रहे हो, शब्द की चोट आएगी ऐसी, इन्हां रस्ता छड़ा दिता जाए, ये भी इस माया के घर में आके सौ जान, ऐसा भरम। हुण इस काल ने सारा जो दायरा लिया तो जिहड़ा कोई उठण की कोशिश करदा उहदे लड़ाई पाती, झगड़ा पाता, घरां दे विच कलेश शुरू हो गया। जिस आप ही चलन लगे सवेरे, मान लो संगत चली है, वो कहन लगे तू आ तेन घर के काम नहीं देंदे, कित्थे चलिया तू, नाम ही जपना, इत्थे बह के जप ला, आ ही काम कर ला, ऐसा कर ला। जिस एक गुरमुख का फोन आ रहा, कहता भी मैं आना संगत आउन लगा तो मम्मी ने रोक दिता, नहीं जाना। भी सिमरन वो आते भी मैं अखा बंद के चल घर ही कर ला, घड़ी मुड़ी आके ठा दे, नहीं अखा नहीं बंद करनिया, सिमरन नहीं करना, होर कोई गल कर ला, कोई टीवी वेख ला, कोई होर वेख ला। वो मैं नाम जपना शुरू करता, वो कहता तेन जपन नहीं देना। ऐसा खेल बन गया। हौली हौली एक काल का राज वधदा जाएगा। ऐसे अवस्था दे विच लोग चले जाणगे जदों बिल्कुल काल का राज हो गया। गुरु नानक देव दस जे मन ना जागे, आत्मा तो सहज घर विच गुप्त है, राज काल के हत्थ च आ गया। ऐसा काल दे राजे कोई थोड़ा बहुत नाम की गल करेगा, जपेगा, उसकी बदनामी शुरू कर देती जाएगी। ਜਿਹੜੇ काल के ज्ञानी ने ਉਹਦੇ ਤੇ ਨੁਕਤਾਚੀਨੀ ਕਰਨਗੇ भी नाम जपन की की लोड़ है, नाम तो जपना ही नहीं चाहिए, नाम तो जपन की कोई लोड़ ही नहीं है। वो तरह तरह के नाल भाषण देने शुरू कर देंगे भी नाम का भेद ही बदल देंगे कि नाम की है। जिस एक इन्हों का काल का पकड़िया होया नुमाइंदा, तो वह एक दे नाम के अर्थ कर रहा तो बोल रहा रचना ते काल। ते बाणी दे विच शब्द आउंदा है, जह मात पिता सुत मीत न पाई, मन ऊहा नाम संग तेरे सहाय। वो तो पातशाह ने पहला ही सानूं दस्सिया होया। वो कहन लगा कि नाम ये नाम नहीं, नाम है कि जिस तरह कोई बंदे नूं ज्ञान हो गया भी वो पढ़ लिख गया, उन्हें गड्डी चलाउणी सीख लई, उन्होंने ज्ञान हो गया गड्डी चलाउण दा, वो गड्डी चला रहा है, चलाउंदे चलाउंदे अगे कोई जानवर आ गया, वो कल्ला गड्डी चला रहा सी, ना उहदी माँ सी नाल, ना उहदी भैन सी, ना उहदा भरा सी, ना वो कोई। उन्हें ब्रेक मारी, गड्डी रुक गई, उन्हें पासियों दी कढ लई। तो वो बारे कहता लिखिया होया है, जय मात पिता सुत मीत न पाई, मानूहा नाम संग तेरे साई। भी वो कोल ज्ञान सी, वो कल्ला सी ते वो बच गया। वो मूर्ख नूं ये नहीं पता भी फिर ਜਿਹੜੇ इन्ने ने पढ़े लिखे होंदे ने उन्हां दा एक्सीडेंट हो जाते हैं, की ज्ञान नहीं हुंदा उन्हां दे कोल। जाने कि काल ने इहो ਜਿਹੇ दमैंदे खड़े कर देने ने इन्हां भरम दे विच पाउण वास्ते। वो कहणगे नाम जपन की कोई लोड़ ही नहीं। हौली हौली इन्हां दी गिणती वधदी जाएगी तो इन्हां दे विचों ही काल की करेगा, कईयां नूं राजसी पावर देनी शुरू कर देगा, भी राज का प्रबंध देना शुरू कर देगा, राजसी पावर। तो जिस तरह बहु गिणती इन्हां लोगों की होएगी, ये वो ही चुनणगे जिहड़ा इन्हां दी गल करदा होएगा। तो इहो ਜਿਹੇ लोग राजसी पावर में आ जाणगे, इन्हां दे नाल संपर्क हो जाएगा। जे कोई नाम जपदा है जां जप रहा है, उन्होंने सजावां देनियां शुरू कर देणगे, उहदे इलाके 'च बदनामी शुरू कर देणगे। जे काल का राज फैलदा रहा तो पातशाह कहते हैं किहो जिहा समा आ जाएगा, जे कोई सच करे तो छिजे, तप घर तप ना होई। तुसी अपने घर दे विच भी नाम नहीं जप सकोगे। तुसी घर दे विच नाम जपोगे तो तुहाडी शिकायत की जाएगी पुलिस दे कोल, ते बकायदा तुहानूं फड़ के ले जाया जाएगा। इहो जिहा समा आ जाएगा काल का राज। जे कोई सच करे तो छिजे, इलाके च बदनामी होएगी भी ये नाम जपदा फड़िया गया
ਇਹਨੂੰ ਤਾਂ ਸਜਾਓਗੇ, ਅੱਛਾ ਬੰਦ ਕਰ ਦਿਓ। ਇਹੋ ਜਿਹਾ ਮਾਹੌਲ ਬਣੇਗਾ ਜੇ ਕਾਲ ਨੇ ਆਪਣਾ ਕੰਟਰੋਲ ਨਾ ਛੱਡਿਆ, ਜੇ ਨਾ ਜਾਗੇ। ਜੇ ਕੋ ਸੱਚ ਕਰੇ ਤਾਂ ਛਿਜੇ, ਤਪ ਕਰ ਤਪ ਨਾ ਹੋਈ, ਜੇ ਕੋ ਨਾਉ ਲੈ ਬਦਨਾਮੀ। ਕਲ ਕੇ ਲੱਖਣ ਇਹੀ, ਇਹ ਕਲਯੁਗ ਦੇ ਇਹੋ ਜਿਹੇ ਲੱਛਣ ਆਉਣਗੇ। ਇਹ ਨਹੀਂ ਸਮਝਣਗੇ, ਇਹ ਭਾਸ਼ਾ ਨਹੀਂ ਸਮਝਣਗੇ। ਪਰਮਾਤਮਾ ਫਿਰ ਇਹਨਾਂ ਨੂੰ ਸਮਝਾਉਣ ਵਾਸਤੇ ਐਸਾ ਮਹਾਂਪਰਲੋ ਲਾਏਗਾ। ਜਿਸ ਤਰ੍ਹਾਂ ਹੁਣ ਆਪਾਂ ਦੇਖਦੇ ਹਾਂ, ਪਿੱਛੇ ਜੇ ਜੀਵ ਭੈ ਵਿੱਚ ਆ ਕੇ ਡਰ ਗਏ। ਇਹੋ ਜਿਹੀ ਕਲਪਨਾ, ਇਹੋ ਜਿਹੇ ਸੰਸ਼ੇ, ਚਿੰਤਾਵਾਂ ਇਹਨਾਂ ਨੂੰ ਪਰਮਾਤਮਾ ਡਰਾਉਣ ਵਾਸਤੇ ਖੇਲ ਪੈਦਾ ਕਰੇਗਾ। ਮਹਾਂਪਰਲੋ ਆਏਗੀ, ਜਿਸ ਦੇ ਵਿੱਚ ਫਿਰ ਇਹ ਕਲਪਣਗੇ, ਜੀਵ ਦੁਖੀ ਹੋਣਗੇ। ਫਿਰ ਵੀ ਇਹਨਾਂ ਨੂੰ ਸੱਚ ਦਾ ਭੇਦ ਨਹੀਂ ਆਏਗਾ, ਦੁਖੀ ਰਹਿਣਗੇ ਇੱਥੇ। ਅਤੇ ਕਿਹੜਾ ਸੁਖੀ ਰਹੇਗਾ? ਜਿਹੜਾ ਪਰਮਾਤਮਾ ਦੇ ਨਾਮ ਦੇ ਨਾਲ ਜੁੜਦਾ ਜਾਏਗਾ। ਐਸਾ ਫਿਰ ਇਸ ਕਾਲ ਦੇ ਦਾਇਰੇ ਦੇ ਵਿੱਚ ਪਾਤਸ਼ਾਹ ਕਹਿੰਦੇ ਕੂੜ ਦਾ ਰਾਜ ਸ਼ੁਰੂ ਹੋ ਜਾਏਗਾ। ਅਤੇ ਕਿਹੋ ਜਿਹਾ ਰਾਜ ਹੈ? ਉਹਦੇ ਕੂੜ ਦਾ, ਕੂੜ ਰਾਜਾ, ਕੂੜ ਪਰਜਾ, ਕੂੜ ਪੈਨਣਹਾਰ। ਹੁਣ ਇੱਥੇ ਕਾਲ ਫਿਰ ਕੂੜ ਦਾ ਰਾਜ ਸ਼ੁਰੂ ਕਰ ਦੇਣਗੇ। ਉਹ ਸਾਰਾ ਕੂੜ ਦਾ ਰਾਜ ਚੱਲੇਗਾ। ਪੂਰਾਂ ਦੇ ਪੂਰ ਡੁੱਬ ਜਾਣਗੇ ਇਸ ਕੂੜ ਦੇ ਰਾਜ ਦੇ ਵਿੱਚ, ਖਤਮ ਹੋ ਜਾਣਗੇ। ਕੋਈ ਵੀ ਜਿਹੜਾ ਜੀਵ ਹੈ ਉਹ ਆਪਣੇ ਇਸ ਘਰ ਦੇ ਵਿੱਚ ਨਹੀਂ ਜਾ ਸਕੇਗਾ। ਪਰਮਾਤਮਾ ਦੇ ਨਾਮ ਤੋਂ ਬਿਨਾਂ ਕੋਈ ਨਿਕਲ ਨਹੀਂ ਸਕੇਗਾ। ਇਸ ਕਰਕੇ ਮਹਾਰਾਜ ਪਾਤਸ਼ਾਹ ਸਾਨੂੰ ਕਹਿੰਦੇ ਨੇ ਤੁਸੀਂ ਜਾਗੋ। ਜਿੱਥੇ ਅਸੀਂ ਦੁਨਿਆਵੀ ਗਿਆਨ ਪ੍ਰਾਪਤ ਕਰਦੇ ਹਾਂ, ਲੀੜਾ ਕੱਪੜਾ ਪਾਉਣਾ ਸਿੱਖਦੇ ਹਾਂ, ਰੋਟੀ ਖਾਣੀ ਸਿੱਖਦੇ ਹਾਂ, ਵਾਹੀ ਕਰਨੀ ਸਿੱਖਦੇ ਹਾਂ, ਬਿਜ਼ਨਸ ਕਰਨਾ ਸਿੱਖਦੇ ਹਾਂ, ਉੱਥੇ ਤੁਸੀਂ ਅਧਿਆਤਮਿਕ ਗਿਆਨ ਵੀ ਪ੍ਰਾਪਤ ਕਰੋ। ਆਪਣੇ ਆਪ ਦੀ ਖੋਜ ਵੀ ਕਰੋ, ਆਪਣੇ ਆਪ ਦੀ ਪਹਿਚਾਣ ਵੀ ਕਰੋ, ਆਪਣੇ ਮੂਲ ਦੀ ਵੀ ਪਹਿਚਾਣ ਕਰੋ। ਉਸ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੂੰ ਸਾਡਾ ਮਾਰਗ ਦਰਸ਼ਨ ਕਰਨ ਵਾਸਤੇ ਸਦੀਵੀ ਸਤਿਗੁਰ ਦਾ ਖਿਤਾਬ ਦਿੱਤਾ। ਤੇ ਬਾਣੀ ਪੜ੍ਹ ਕੇ ਖੋਜ ਕਰੋ, ਆਪਣੇ ਆਪ ਦੀ ਪਹਿਚਾਣ ਕਰੋ, ਹਰ ਤੱਤ ਦੀ ਖੋਜ ਕਰੋ। ਹੁਣ ਗੁਰਮੁਖ ਜਦੋਂ ਬਾਣੀ ਪੜ੍ਹਨਗੇ ਉਹ ਇਹਦੇ ਵਿੱਚੋਂ ਖੋਜ ਕਰਨਗੇ। ਜਿਸ ਹੁਣ ਆਪਾਂ ਬਾਣੀ ਪੜ੍ਹਦੇ ਅਤੇ ਮਾਰੇ ਕਹਿੰਦੇ ਮਨਮੁਖ ਵੀ ਪੜ੍ਹਨਗੇ, ਲੇਕਿਨ ਉਹ ਖੋਜ ਨਹੀਂ ਕਰਨਗੇ, ਉਹ ਇੱਕ ਕਰਮ ਬਣਾ ਲੈਣਗੇ। ਅਤੇ ਜਦੋਂ ਆਪਾਂ ਬਾਣੀ ਪੜ੍ਹਾਂਗੇ, ਗੁਰਮੁਖ ਬਾਣੀ ਪੜ੍ਹੇਗਾ, ਪਾਤਸ਼ਾਹ ਕਹਿੰਦੇ ਚੀਨੇ ਤੱਤ ਗਗਨ 10 ਦੁਆਰ, ਹਰਮੁਖ ਪਾਠ ਪੜ੍ਹੇ ਵਿਚਾਰ। ਹੁਣ ਆਪਾਂ ਨੂੰ ਭੇਦ ਲੱਗ ਗਿਆ ਵੀ ਆਪਾਂ ਖੋਜ ਕਰਨੀ ਹੈ ਆਤਮਾ ਰਾਮ ਦੀ, ਇਹ ਆਤਮ ਤੱਤ ਦੀ, ਹਰ ਤੱਤ ਦੀ। ਅਤੇ ਭੇਦ ਲੈਣਾ ਹੈ ਉਹ ਕਿਸ ਅਵਸਥਾ ਦੇ ਵਿੱਚ ਹੈ। ਅਤੇ ਬਾਣੀ ਪੜ੍ਹ ਕੇ ਹੀ ਖੋਜ ਸਕਦੇ ਹਾਂ, ਕਿਉਂਕਿ ਗੁਰਮੁਖਾਂ ਨੇ ਬਹੁਤ ਮਿਹਨਤ ਕਰਕੇ, ਭਗਤਾਂ ਨੇ, ਗੁਰਮੁਖਾਂ ਨੇ ਬਹੁਤ ਮਿਹਨਤ ਕਰਕੇ ਉਸ ਅਵਸਥਾ ਨੂੰ ਪ੍ਰਾਪਤ ਕੀਤਾ। ਅਤੇ ਉਸ ਅਵਸਥਾ ਦੇ ਬਾਰੇ ਫਿਰ ਗੁਰਬਾਣੀ ਦੇ ਦੁਆਰਾ ਸਾਨੂੰ ਸਮਝਾਉਣ ਵਾਸਤੇ ਲਿਖਤ ਰੂਪ ਦੇ ਵਿੱਚ ਛੱਡਿਆ। ਇਸ ਕਰਕੇ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਹੈ, ਸਾਰੀ ਅੰਦਰ ਦੀ ਖੋਜ ਹੈ। ਅਤੇ ਜਦੋਂ ਪੜ੍ਹਨੀ ਉਹਦੇ ਸਭ ਤੋਂ ਪਹਿਲਾਂ ਤੁਸੀਂ ਇਹ ਤੱਤ ਦੀ ਖੋਜ ਕਰਨੀ ਹੈ। ਚੀਨੇ ਤੱਤ ਗਗਨ 10 ਦੁਆਰ, ਤੱਤ ਦੀ ਖੋਜ ਕਰੋਗੇ, ਜਿਹਨੂੰ ਹਰ ਤੱਤ ਕਹਿੰਦੇ ਨੇ, ਬੀਜ ਮੰਤਰ ਕਹਿੰਦੇ ਨੇ। ਅਤੇ ਭੇਦ ਲੱਗੇਗਾ ਉਹ 10ਵੇਂ ਦੁਆਰ ਦੇ ਵਿੱਚ ਹੈ। ਅਤੇ ਫਿਰ ਤੁਸੀਂ 10ਵੇਂ ਦੁਆਰ ਦਾ ਭੇਦ ਲੈਣ ਵਾਸਤੇ ਗੁਰਬਾਣੀ ਪੜ੍ਹੋਗੇ। ਜਦੋਂ ਅਸੀਂ ਬਾਣੀ ਪੜ੍ਹਨੀ ਹੈ ਅਤੇ 10ਵੇਂ ਦੁਆਰ ਦਾ ਗਿਆਨ ਪ੍ਰਾਪਤ ਕਰਨ ਵਾਸਤੇ ਪੜ੍ਹਨੀ ਹੈ। ਅਤੇ ਜਦੋਂ ਮਨਮੁਖ ਪੜ੍ਹੇਗਾ ਉਹ ਗੁਰਬਾਣੀ ਨੂੰ 3 ਗੁਣਾਂ ਦੇ ਵਿੱਚ ਲੈ ਜਾਏਗਾ, 3 ਗੁਣਾਂ ਵਿੱਚ ਪੜ੍ਹੇਗਾ ਵੀ ਮੇਰਾ ਆਹ ਕੰਮ ਬਣ ਜੇ ਮੈਂ ਇੰਨੇ ਪਾਠ ਕਰਾਂਗਾ, ਮੇਰਾ ਆਹ ਕੰਮ ਬਣ ਜੇ ਮੈਂ ਇੰਨੇ ਪਾਠ ਕਰਾਂਗਾ। ਉਹ ਗੁਰਬਾਣੀ ਨੂੰ ਇਸ ਅਵਸਥਾ ਦੇ ਵਿੱਚ ਲੈ ਜਾਏਗਾ। ਉਹਦਾ ਗੁਰਬਾਣੀ ਦੇ ਅਸਲ ਭੇਦ ਦੇ ਨਾਲ ਕੋਈ ਸੰਬੰਧ ਨਹੀਂ ਰਹੇਗਾ। ਉਹਦਾ ਰਹੇਗਾ ਆਪਣੇ ਕੰਮ ਦੇ ਨਾਲ, ਵੀ ਮੇਰਾ ਕੰਮ ਬਣ ਜੇ ਮੈਂ ਆਹ ਪਾਠ ਕਰਾ ਲਾਂਗਾ, ਮੇਰਾ ਕੰਮ ਬਣ ਜੇ ਮੈਂ ਆਹ ਕਰਾ ਲਾਂਗਾ।
जे काम बन गया ठीक है, नहीं बनया वो छड़ जाएगा, वो नहीं पढ़ेगा। ऐसी अवस्था में मारे कहते ने पढ़े मनमुख हर तत्त न जाने, मूलों भुला गुर शब्द ना पछाणे। वो अपने मूल नालों भुला होया तो शब्द की पछाण भी नहीं करेगा, वो गुरु की गल ही नहीं मनेगा। तो पातशाह कहते कि शास्त्र वेद न माने कोए, आपो आपे पूजा होए। वो अपनी गल अगे रखेगा कि नहीं इस तरह नहीं, इस तरह है, गुरु के मुताबिक नहीं चलेगा। तो बहुत सारे जीव आप देखते हैं, गुरबाणी ब्रह्म का विचार है, सारे ब्रह्म का ज्ञान है, तो उसनों त्रै गुणों के जीव दुनियावी पदार्थों के लै जाते हैं। इस करके महाराज सच्चे पातशाह कहते सो पढ़िया सो पंडित बीना, जो गुर शब्द करे विचार, अंदर खोजे तत लहे तां पाए मोख द्वार। हुण जदों खोजते खोजते सानूं भेद लगा कि असीं आत्मा दे नाल मिलना है, आत्म तत्त की खोज करनी है, तो आत्मा का वासा कित्थे है। असीं बाणी नूं पढ़ांगे, खोज करांगे, तो जदों पढ़ते गए खोजते गए तो भेद खुला। आत्मा का परमात्मा का आपस में संयोग है। निरंकार का प्रकाश जदों शब्द राही अंदर प्रवेश करता है तो वह इस तरह है जिस तरह बोधी वाला तारा होंदा है। वह प्रकाश जिस तरह ज़्यादा एक पासों बरीक होंदा जांदा, पूछल तारा भी उन्होंने कई कहते हैं। ਉਹਦੀ उदाहरण देती गुरमुखा ने जदों खोज की, हुण आत्मा का वासा कित्थे है। आ जिहड़ी सुखमन है ਉਹਦੀ उदाहरण दे रहे, उत्थे लै के सानू ते दस रहे ने तारा चढ़िया लम्मा। ये सुखमन का जिहड़ा संबंध है इधर गगन दे नाल है, इथों प्रकाश शब्द राही अंदर आ रहा है। तारा चढ़िया लम्मा क्यों नदर नहालीए राम, सेवक पूर करम्मा सतगुर शब्द दिखा लिया राम। शब्द दिखा लिया, सच संभालिया, ऐनस देख विचारिया, धावत पंच रहे, काम क्रोध लोभ भिख मारिया। हुण गुरमुखा ने जदों ये खोज की, बाहरों अपने ध्यान नूं हटाउंदे गए, ध्यान नूं अंतरगत लै गए आ नाभ काट दे उपर। इत्थे जाके जदों ध्यान दे विच बैठे ने, इथों फिर हर तत्त दा भेद आउण लगा। नाल शब्द की आवाज़ सुन लगी, नाल ही प्रकाश नज़र आउण लग पिया। ਉਹਦੇ शब्द के उपर जो ध्यान लाउंदे गए शब्द तेज हुंदा गया, शब्द इत्थे गगन दे विच जाके समा गया। जिथे शब्द समाया उन्होंने उत्थे ध्यान ला दिता, जोत प्रगट हो गई, प्रकाश हो गया, उन्हें बुझ लिया। शब्द समावे बूझे हर सोई। जदों इथों फिर वापस देखिया, फिर उन्होंने सारा पता लग गया भी ऐसा प्रकाश अंदर प्रवेश हो रहा है। ये नाभ घट का शब्द जा रहा है, इथों शब्द नूं लिव टुटदी है, पौन शुरू हो जाती है। पौन राही असीं इस देश में आ जाते हाँ, इत्थे काल का देश है। उन्होंने फिर इस पौन नूं छड्ड के इस नाभ घाट ते आसन लाउण वाला जिहड़ा रस्ता सी उन्होंने प्रवानगी दे दी। तो गुरु नानक देव जी ने मोहर ला दी, तो कहन लगे नाभ भवन घर आसन बैसे, गुरमुख खोजत तत लहे, सो शब्द निरंतर निज कर आशे, त्रै भवन जोत सो शब्द लहे।
ਉਹ ਫਿਰ ਆਪਾਂ ਨੂੰ ਦੱਸਿਆ ਕਿ ਜੇ ਤੁਸੀਂ ਇਸ ਅਵਸਥਾ ਵਿੱਚ ਜਾਣਾ ਚਾਹੁੰਦੇ ਹੋ ਤੇ ਤੁਸੀਂ ਵੀ ਇਸ ਰਸਤੇ ਜਾ ਕੇ ਆਤਮ ਆਰਾਮ ਦੀ ਖੋਜ ਕਰ ਸਕਦੇ ਹੋ, ਸ਼ਬਦ ਨਾਲ ਜੁੜ ਸਕਦੇ ਹੋ ਤੇ ਸ਼ਬਦ ਰਾਹੀਂ ਆਪਣੇ ਘਰ ਪਹੁੰਚ ਸਕਦੇ ਹੋ। ਇਹ ਜਿਹੜਾ ਰਸਤਾ ਗੁਰਮੁਖਾਂ ਨੇ ਖੋਜਿਆ, ਇਹਨੂੰ ਪ੍ਰਵਾਨਗੀ ਮਿਲ ਗਈ। ਸਾਰੇ ਗੁਰਮੁਖਾਂ ਦੀ ਬਾਣੀ ਨੂੰ ਇਕੱਤਰ ਕਰਾਇਆ ਗਿਆ ਤੇ ਮੋਹਰ ਲਾ ਦਿੱਤੀ ਵੀ ਇਹ ਗੁਰਬਾਣੀ ਹੀ ਰਸਤਾ ਹੈ, ਇਸ ਰਸਤੇ ਚੱਲੋ। ਜਿਹੜਾ ਵੀ ਕੋਈ ਮਿਲਣਾ ਚਾਹੁੰਦਾ ਹੈ ਤੇ ਆਪਾਂ ਨੂੰ ਹੀ ਮਾਰੇ ਕਹਿੰਦੇ ਨੇ, ਜੋ ਪ੍ਰਭ ਕੋ ਮਿਲ ਬੋਝ ਹੈ ਖੋਜ ਸ਼ਬਦ ਮਿਲੇ। ਇਹ ਮਿਲਣ ਦਾ ਰਸਤਾ ਹੈ। ਹੁਣ ਆਪਾਂ ਵੀ ਸਾਰੇ ਨੇ ਇਸ ਰਸਤੇ ਚੱਲਣਾ ਹੈ। ਆਤਮਾ ਰਾਮ ਦਾ ਵਾਸਾ ਇਹ ਸਹਿਜ ਘਰ ਦੇ ਵਿੱਚ ਹੈ। ਅਸੀਂ ਵਾਰ ਹਾਂ ਤ੍ਰੈ ਗੁਣਾਂ ਦੇ ਵਿੱਚ। ਇੱਥੋਂ ਤ੍ਰੈ ਗੁਣਾਂ ਨੂੰ ਪਾਰ ਕਰਦਿਆਂ ਕਰਦਿਆਂ ਇੱਥੋਂ ਤੱਕ ਪਹੁੰਚਣਾ, ਇੱਥੋਂ ਸ਼ਬਦ ਦਾ ਪਿੱਛਾ ਕਰਦਿਆਂ ਇਸ ਅਵਸਥਾ ਦੇ ਵਿੱਚ ਪਹੁੰਚਣਾ। ਉਹਨਾਂ ਨੇ ਸਾਰਾ ਹੀ ਭੇਦ ਆਪਾਂ ਨੂੰ ਦੇ ਦਿੱਤਾ। ਆਓ ਹੁਣ ਆਪਾਂ ਇਸਾਂ ਚੱਲਣਾ ਹੈ, ਅਭਿਆਸ ਨਾਲ ਕਰਨਾ। ਅਭਿਆਸ ਕਰਦਿਆਂ ਕਰਦਿਆਂ ਅੰਤਰਗਤ ਧਿਆਨ ਟਿਕਾਉਣਾ ਹੈ ਆਪਣਾ। ਦੋ ਸਿਰੇ ਨੇ। ਇਹ ਸੁਖਮਨ ਦਾ ਇੱਕ ਦਰ ਆ ਵੀ ਹੈ। ਜੇ ਤਾਂ ਤੁਹਾਨੂੰ ਸ਼ਬਦ ਸੁਣ ਰਿਹਾ ਹੈ ਫਿਰ ਤੁਸੀਂ ਇਸ ਦਰ 'ਤੇ ਆ ਜਾਓ। ਜੇ ਸ਼ਬਦ ਨਹੀਂ ਸੁਣ ਰਿਹਾ ਫਿਰ ਨਾਭ ਘਾਟ ਦੇ ਉੱਪਰ ਬੈਠੋ। ਜੇ ਸਿੱਧਾ ਧਿਆਨ ਲਾਓਗੇ ਤਾਂ ਤੁਹਾਨੂੰ ਇੱਥੇ ਦਰਦ ਹੋਏਗੀ, ਸਿਰ ਭਾਰਾ ਹੋਏਗਾ, ਦਰਦ ਹੋਣੀ ਸ਼ੁਰੂ ਹੋ ਜਾਏਗੀ। ਇਸ ਕਰਕੇ ਪਹਿਲਾਂ ਆਪਾਂ ਥਰੂ ਪ੍ਰੋਪਰ ਚੈਨਲ ਚੱਲਣਾ ਹੁੰਦਾ ਹੈ। ਅਤੇ ਸੰਗਤ ਵਿੱਚ ਹਰ ਇੱਕ ਤਰ੍ਹਾਂ ਦੇ ਗੁਰਮੁਖ ਹੁੰਦੇ ਨੇ। ਆਪੋ ਆਪਣੀ ਅਵਸਥਾ ਦੇ ਮੁਤਾਬਕ ਆਪਾਂ ਧਿਆਨ ਦੀ ਅਵਸਥਾ ਵਿੱਚ ਚੱਲਣਾ ਹੈ ਸਾਰਿਆਂ ਨੂੰ। ਜਿਨ੍ਹਾਂ ਦਾ ਸ਼ਬਦ ਤੇਜ਼ ਹੋ ਰਿਹਾ ਹੈ ਉਹਨਾਂ ਨੇ ਹੌਲੀ ਹੌਲੀ ਧਿਆਨ ਨੂੰ ਖੱਬੇ ਪਾਸੇ ਲੈ ਜਾਣਾ ਅਤੇ ਖੱਬੇ ਪਾਸੇ ਹੁੰਦੇ ਹੋਏ ਆ ਪੱਛਮ ਵਾਲੇ ਪਾਸੇ ਚਲੇ ਜਾਣਾ, ਪਿਛਲੇ ਪਾਸੇ। ਇੱਥੋਂ ਫਿਰ ਅੱਗੇ ਜਾਣਾ ਹੈ ਉਹਨਾਂ ਨੇ। ਸਿੱਧਾ ਇੱਥੋਂ ਉੱਪਰ ਨਹੀਂ ਲੈ ਕੇ ਜਾਣਾ ਧਿਆਨ। ਇਹਦੇ 'ਚ ਵੀ ਨੁਕਸਾਨ ਹੈ ਸਾਡਾ। ਇਹਦੇ 'ਚ ਵੀ ਤੁਹਾਨੂੰ ਕਈ ਦਫਾ ਸ਼ਬਦ ਤੇਜ਼ ਹੋ ਜਾਏਗਾ ਅਤੇ ਨੀਂਦ ਨਹੀਂ ਆਏਗੀ। ਨੀਂਦ ਨਾ ਆਉਣ ਕਰਕੇ ਅੰਦਰ ਗਰਮੈਸ਼ ਵੱਧ ਜਾਏਗੀ, ਜਿਸ ਕਰਕੇ ਫਿਰ ਸੰਤੁਲਨ ਵਿਗੜ ਸਕਦਾ ਹੈ, ਦਿਮਾਗ ਦਾ ਸੰਤੁਲਨ ਵਿਗੜ ਸਕਦਾ ਹੈ ਸਾਡਾ। ਇਸ ਕਰਕੇ ਕੋਸ਼ਿਸ਼ ਕਰਨੀ ਹੈ ਥਰੂ ਪ੍ਰੋਪਰ ਚੈਨਲ ਆਪਾਂ ਹੌਲੀ ਹੌਲੀ ਚੱਲਦੇ ਚੱਲੀਏ ਕਿ ਸਾਡੀ ਖੋਜ ਵੀ ਹੋ ਜਾਏ ਅਤੇ ਇੱਧਰੋਂ ਵੀ ਇਸ ਲੋਕ ਦਾ ਵੀ ਸਾਨੂੰ ਪੂਰਾ ਭੇਦ ਰਵੇ। ਜਿਹੜਾ ਗੁਰਮੁਖ ਹੈ ਫਿਰ ਉਹਨੇ ਗਿਆਨ ਅਤੇ ਧਿਆਨ ਦੇ ਵਿੱਚ ਪਰਪੱਕ ਹੋਣਾ ਹੁੰਦਾ ਹੈ। ਆਮ ਜਿਹੜੇ ਜੋਗੀ ਲੋਕ ਸੀ ਉਹ ਸਿੱਧਾ ਜਾਂਦੇ ਹੈ, ਉਹ ਸਿਰਫ ਧਿਆਨ ਵਿੱਚ ਜਾਂਦੇ, ਗਿਆਨ ਨਹੀਂ ਸੀ ਉਹਨਾਂ ਨੂੰ। ਜਿਸ ਕਰਕੇ ਭੇਦ ਨਹੀਂ ਸੀ ਵੀ ਇੱਥੇ ਕਿਵੇਂ ਵਿਚਰਨਾ, ਪਾਉਣ ਵਿੱਚ ਆ ਕੇ ਕਿਸ ਤਰ੍ਹਾਂ ਵਿਚਰਨਾ ਉਹਨਾਂ ਨੇ। ਇਸ ਇਲਾਕੇ ਦਾ ਗਿਆਨ ਨਹੀਂ। ਅਤੇ ਹੁਣ ਆਪਾਂ ਨੂੰ ਭੇਦ ਆ ਰਿਹਾ ਜਦੋਂ ਆਪਾਂ ਇਸ ਇਲਾਕੇ ਵਿੱਚ ਵਿਚਰਨਾ, ਪਾਉਣ ਨੂੰ ਸਮ ਕਰਕੇ, ਪਾਉਣ ਨੂੰ ਸਮ ਕਰਕੇ ਵਿਚਰੋਗੇ, ਪਾਉਣ ਸਮ ਰਹੇਗੀ, ਵਿਚਾਰ ਨਹੀਂ ਬਣਨਗੇ ਤੁਹਾਡੇ। ਜੇ ਕੋਈ ਤੁਹਾਨੂੰ ਸ਼ਬਦ ਦੀ ਚੋਟ ਵੀ ਮਾਰੇਗਾ, ਰਜੋ ਗੁਣ ਦੇ ਉੱਪਰ ਤੁਸੀਂ ਕਰਮ ਕਰੋਗੇ, ਤ੍ਰਿਸ਼ਨਾ ਨਹੀਂ ਪੈਦਾ ਹੋਏਗੀ ਤੁਹਾਡੇ ਅੰਦਰ। ਸੋ ਐਸਾ ਪਿਆਰ ਬਣਿਆ ਰਹੇਗਾ ਸਾਰਿਆਂ ਦੇ ਨਾਲ। ਇੱਥੋਂ ਪਾਉਣ ਨੂੰ ਛੱਡਣਾ ਵੀ ਸੌਖਾ ਰਹੇਗਾ। ਸੰਸਾਰ ਵਿੱਚ ਸਮ ਦ੍ਰਿਸ਼ਟੀ, ਅਤੇ ਜਦੋਂ ਆਪਾਂ ਅੰਦਰ ਜਾਣਾ ਉਦੋਂ ਇੱਕ ਦ੍ਰਿਸ਼ਟੀ ਹੋ ਜਾਣਾ ਹੈ। ਇਹ ਨਾਲ ਆਪਾਂ ਸਿੱਖਦੇ ਚੱਲਾਂਗੇ, ਅਭਿਆਸ ਸੌਖਾ ਹੁੰਦਾ ਜਾਏਗਾ, ਨਾਲ ਆਪਾਂ ਗਿਆਨ ਵੀ ਪ੍ਰਾਪਤ ਕਰੀਏ। ਹੁਣ ਆਪਾਂ ਅਭਿਆਸ ਕਰਦੇ ਹਾਂ, ਇਹਨਾਂ ਸਿਰਿਆਂ 'ਤੇ ਜਾਣਾ ਹੈ। ਆਪਾਂ ਹਰ ਤੱਤ ਦੀ ਖੋਜ 'ਤੇ ਬੈਠੋ, ਥੋੜ੍ਹਾ ਚਿਰ ਆਪਣੇ ਆਪ ਭੇਦ ਆਏਗਾ। ਆਓ ਸਾਰੇ ਜਣੇ ਕੋਸ਼ਿਸ਼ ਕਰੀਏ। ਬਿਲਕੁਲ ਸਰੀਰ ਨੂੰ ਰਿਲੈਕਸ ਕਰ ਦਿਓ ਆਪਣੇ ਨੂੰ। ਬਿਲਕੁਲ ਜਦੋਂ ਚੱਲਣਾ ਸਰੀਰ ਨੂੰ ਢਿੱਲਿਆਂ ਛੱਡ ਦੇਣਾ। ਇਹਦਾ ਚੇਤਾ ਨਾ ਰਵੇ ਸਾਨੂੰ। ਆਪਾਂ ਸੁਰਤੀ ਦੁਆਰਾ ਸਫ਼ਰ ਕਰਨਾ। ਇਸਾ ਤੁਸੀਂ ਘਰਾਂ ਵਿੱਚ ਵੀ ਅਭਿਆਸ ਕਰਨਾ ਸਾਰਿਆਂ ਨੇ। ਆਓ ਸਾਰੇ ਕਰੋ ਕਿਰਪਾ। ਵਾਹਿਗੁਰੂ। ਜਦੋਂ ਆਪਣੇ ਗਿਆਨ ਇੰਦਰੀਆਂ ਦੀ ਇਸਤੇਮਾਲ ਕਰੇਗਾ ਅਤੇ ਉਦੋਂ ਹਲੀਮੀ ਰਾਜ ਹੁੰਦਾ ਹੈ। ਉਸ ਵਿੱਚ ਭਲਾ ਹੀ ਭਲਾ ਹੈ ਸਾਰਿਆਂ ਦਾ। ਇਹ ਨਾਲ ਆਪਾਂ ਅਭਿਆਸ ਜਾਰੀ ਰੱਖਣਾ ਹੈ ਆਪਣਾ। ਇਹਦੇ ਵਿੱਚ ਇਸ ਦੀ ਵੀ ਸੁੱਖ ਹੈ ਸਾਨੂੰ। ਇਸ ਘਰ ਵਿੱਚ ਦੁੱਖ ਹੀ ਦੁੱਖ ਹੈ। ਸੋ ਆਪਾਂ ਵਾਰ-ਵਾਰ ਅਭਿਆਸ ਕਰਦੇ ਹੋਏ ਹਰ ਤੱਤ ਦੇ ਨਾਲ, ਸ਼ਬਦ ਦੇ ਨਾਲ ਜੁੜਨ ਦਾ ਯਤਨ ਕਰਨਾ ਹੈ। ਸੋ ਇਹਦੇ 'ਤੇ ਆਪਾਂ ਅਮਲ ਕਰਨਾ ਸਾਰਿਆਂ ਨੇ। ਆਸ ਕਰਦੇ ਹਾਂ ਕਿ ਤੁਸੀਂ ਧਿਆਨ ਦਿਓਗੇ ਵੀ ਆਪਾਂ ਆਤਮਾ ਰਾਮ ਦੀ ਖੋਜ ਕਰੀਏ। ਜਿੰਨਾ ਅਸੀਂ ਬਾਹਰ ਐਨਰਜੀ ਵੇਸਟ ਕਰਦੇ ਹਾਂ, ਦੌੜ ਭੱਜ ਕਰਦੇ ਹਾਂ,
ਉਹਦੇ ਨਾਲੋਂ ਕੁਝ ਸਮਾਂ ਥੋੜ੍ਹਾ ਜਿਹਾ ਵੀ ਅਸੀਂ ਕਿਤੇ ਅੰਦਰ ਦੀ ਖੋਜ 'ਤੇ ਲਾਈਏ ਤੇ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਸਾਡੀ ਸੁਰਤ ਥੋੜ੍ਹਾ ਜਿਹਾ ਹੀ ਚੱਲੇਗੀ ਤੇ ਉਹ ਅੱਗੋਂ ਸਾਨੂੰ ਕਈ ਲੰਮਾ ਸਫ਼ਰ ਲੈਣ ਵਾਸਤੇ ਆਉਂਦੇ ਨੇ, ਕਿਉਂਕਿ ਅਸੀਂ ਦੂਰ ਜਾ ਚੁੱਕੇ ਹਾਂ, ਬਹੁਤ ਦੂਰ ਚਲੇ ਗਏ ਹਾਂ। ਹੁਣ ਵਾਪਸ ਮੁੜਨਾ ਹੈ। ਅਸੀਂ ਆਹ ਜਿਹੜਾ ਧਿਆਨ ਅੰਤਰਗਤ ਲੈ ਕੇ ਜਾ ਰਹੇ, ਇਹ ਵਾਪਸ ਮੁੜ ਰਹੇ ਹਾਂ, ਆਤਮਾ ਰਾਮ ਦੀ ਸ਼ਰਨ ਵਿੱਚ ਜਾ ਰਹੇ ਹਾਂ ਆਪਾਂ ਸਾਰੇ। ਸੋ ਇਸ ਕਰਕੇ ਬਾਹਰੋਂ ਆਪ ਅੰਤਰਗਤ ਦੀ ਖੋਜ ਜ਼ਰੂਰ ਕਰਨੀ ਹੈ। ਦੌੜ ਭੱਜ ਨੂੰ ਘਟਾਉਣਾ ਹੈ, ਆਪਣੇ ਨੂੰ ਅਸਲ ਤੱਤ ਦੇ ਪੁਆਇੰਟ 'ਤੇ ਜਾਣਾ ਹੈ। ਅਸਲ ਆਪਣਾ ਜਿਹੜਾ ਨਿਸ਼ਾਨਾ ਹੈ, ਅਸਲ ਆਪਣਾ ਨਿਸ਼ਾਨਾ ਹੈ ਆਪਣੇ ਆਪ ਦੀ ਅੰਦਰ ਦੀ ਖੋਜ। ਅਤੇ ਜਿਨ੍ਹਾਂ ਨੇ ਕਰ ਲਈ ਉਹ ਕਹਿਣ ਲੱਗੇ, ਬਾਹਰ ਢੂੰਡਣ 'ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ, ਮਾਣਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ। ਅਨਹਦ ਸ਼ਬਦ 10ਵੇਂ ਦੁਆਰੇ ਵਾਜਿਓ। ਜਦੋਂ ਅੰਦਰ ਨੂੰ ਚਲੇ ਗਏ, ਇਹ ਆਵਾਜ਼ਾਂ ਜਿਹੜੀਆਂ ਸ਼ਬਦ ਮੰਡਲ ਦੀਆਂ ਨੇ, ਗਗਨ ਦੀਆਂ ਨੇ, ਇਹ ਸੁਣ ਲੱਗ ਜਾਣਗੀਆਂ। ਅਨਹਦ ਸ਼ਬਦ 10ਵੇਂ ਦੁਆਰੇ ਵਾਜਿਓ ਤੇ ਅੰਮ੍ਰਿਤ ਨਾਮ ਚੋਂ ਆਇਆ ਥਾ। ਜਿਸ ਤਰ੍ਹਾਂ ਪਿਛਲੀ ਦਫਾ ਗੁਰਮੁਖ ਆਏ ਤਾਂ ਉਹ ਕਹਿੰਦਾ ਵੀ ਮੈਂ 4 ਘੰਟੇ ਬੈਠਾ ਰਿਹਾ, ਕੁਛ ਸੁਣਿਆ ਨਹੀਂ, ਅਤੇ ਹੁਣ 2-4 ਦਿਨ ਹੋ ਗਏ ਅਤੇ ਉਹ ਦੱਸ ਰਿਹਾ ਸੀ ਵੀ ਇੰਨਾ ਜ਼ਿਆਦਾ ਸ਼ਬਦ ਤੇਜ਼ ਹੋ ਰਿਹਾ ਮੇਰੇ ਅੰਦਰ, ਲਗਾਤਾਰ ਹੀ ਸੁਣ ਰਿਹਾ, ਮੈਂ ਗੱਲਾਂ ਵੀ ਕਰੀ ਜਾਂਦਾ ਤਦ ਵੀ ਸੁਣੀ ਜਾਂਦਾ। ਹਫ਼ਤੇ ਵਿੱਚ ਹੀ ਮਾਲਕ ਸਭ ਤੱਕ ਲੈ ਗਏ। ਸੋ ਇਸ ਕਰਕੇ ਜਿਵੇਂ ਅੰਦਰ ਦਾ ਸਫ਼ਰ ਸ਼ੁਰੂ ਕਰਾਂਗੇ ਅਤੇ ਉਹ ਬਹੁਤ ਜਲਦੀ ਹੀ ਸਾਡਾ ਧਿਆਨ ਉਸ ਅਵਸਥਾ ਵਿੱਚ ਚੱਲੇਗਾ, ਪਰ ਥੋੜ੍ਹਾ ਚਿਰ ਬੈਠਣਾ ਪਏਗਾ ਸਾਨੂੰ। ਇਹਦੀ ਪੂਰਾ ਕਾਲ ਦੀ ਡਿਊਟੀ ਹੋਏਗੀ ਵੀ ਉੱਥੇ ਪਹੁੰਚ ਨਾ ਸਕਣ, ਇਹ ਉਰਾਂ ਰਹਿ ਜਾਣ, ਕਿਉਂਕਿ ਜੇ ਅਸੀਂ ਸਤਿਗੁਰ ਦੀ ਸ਼ਰਨ ਚਲੇ ਗਏ ਅਤੇ ਸਤਿਗੁਰ ਨੇ ਸਾਰਾ ਆਪਣੇ ਕੰਟਰੋਲ ਵਿੱਚ ਲੈ ਲੈਣਾ, ਇਹਨਾਂ ਦੀ ਨਹੀਂ ਚੱਲਣੀ। ਅਤੇ ਹੁਣ ਕੀ ਹੈ, ਹੁਣ ਇਹਨਾਂ ਦੀ ਚੱਲਦੀ ਪਈ ਹੈ। ਮਨ ਸੁੱਤਾ ਹੋਇਆ ਆਪਣੀ ਮਰਜ਼ੀ ਕਰਦੇ ਪਏ ਨੇ, ਅਤੇ ਆਪਣੀ ਮਰਜ਼ੀ ਨਾਲ ਕੀ ਹਾਲਾਤ ਕਰ ਦਿੱਤੇ ਨੇ ਤੁਸੀਂ ਦੇਖ ਹੀ ਦੇਖੋ। ਕਾਲ ਨੇ ਅੱਜ ਹਰ ਇੱਕ ਜੀਵ ਦੁਖੀ ਹੈ, ਇਹ ਕਾਲ ਨੇ ਦੁਖੀ ਕੀਤਾ ਹੋਇਆ ਹੈ। ਇਹ ਕਾਲ ਦੇ ਇਲਾਕੇ ਵਿੱਚ ਹਾਂ ਅਸੀਂ ਸਾਰੇ। ਅਤੇ ਮਹਾਰਾਜ ਕਹਿੰਦੇ, ਜਬ ਲਗ ਸ਼ਬਦ ਭੇਦ ਨਹੀਂ ਆਇਆ, ਤਬ ਲਗ ਕਾਲ ਸੰਤਾਏ। ਅਤੇ ਕਾਲ ਦਾ ਸਾਨੂੰ ਪਤਾ ਨਹੀਂ, ਅਸੀਂ ਇੱਕ ਦੂਜੇ ਨਾਲ ਲੜੀ ਜਾਂਦੇ ਹਾਂ। ਭੈਣ ਨਾਲ ਭਰਾ ਲੜੀ ਜਾਂਦੀ ਹੈ, ਭਰਾ ਨਾ ਭੈਣ, ਪਿਓ ਨਾ ਪੁੱਤ, ਔਰਤ ਨਾ ਮਰਦ। ਅਸੀਂ ਸਮਝਦੇ ਕਿ ਇਹ ਸਾਨੂੰ ਤੰਗ ਕਰਦੇ ਨੇ, ਇਹ ਨਹੀਂ ਸਾਡੇ ਆਖੇ ਲੱਗਦੇ, ਅਤੇ ਇਹ ਨਹੀਂ ਪਤਾ ਵੀ ਲੜਾ ਅੰਦਰ ਆ ਖੇਲ ਤਾਂ ਆਹ ਚੱਲਦਾ ਪਿਆ ਹੈ। ਕੰਟਰੋਲ ਤਾਂ ਸਾਰਾ ਇਹਨਾਂ ਨੇ ਆਪਣੇ ਹੱਥ ਵਿੱਚ ਲੈ ਲਿਆ ਹੋਇਆ ਹੈ। ਸਾਡੀ ਲੜਾਈ ਇਹਨਾਂ ਦੇ ਨਾਲ ਸੀ, ਅਸੀਂ ਇੱਕ ਦੂਜੇ ਨਾਲ ਲੜਨ ਲੱਗ ਪਏ, ਇੱਕ ਦੂਜੇ ਦਾ ਨਾਂ ਲੈ ਲੈ ਕੇ ਉਹਨੂੰ ਗਾਲਾਂ ਕੱਢਣੇ, ਮਾੜਾ ਕਹਿੰਦੇ। ਅਤੇ ਇਹਨਾਂ ਨੂੰ ਤਾਂ ਕਹਿੰਦੇ ਹੀ ਕੁਛ ਨਹੀਂ, ਅਸੀਂ ਇਹਨਾਂ ਨਾਲ ਤਾਂ ਪਿਆਰ ਕਰਦੇ ਫਿਰਦੇ ਹਾਂ। ਆਉਂਦੇ ਨੇ ਜਿਹੜੇ ਸਾਡੇ ਵੈਰੀ ਸੀ, ਇਹਨਾਂ ਨਾਲ ਪਿਆਰ ਪਾ ਲਿਆ, ਜਿਹੜੇ ਮਨ ਸੀ ਅਸੀਂ ਇੱਕ ਘਰ ਵਿੱਚੋਂ ਆਏ, ਉਹਨਾਂ ਨਾਲ ਨਫ਼ਰਤ ਸਾਡੀ। ਸੰਤਾਂ ਨਾਲ ਵੈਰ ਕਮਾਮ ਦੇ, ਦੁਸ਼ਟਾਂ ਨਾਲ ਮੋਹ ਪਿਆਰ। ਇਹ ਜਿਹੜੇ ਦੁਸ਼ਟ ਨੇ ਇਹਨਾਂ ਨਾਲ ਸਾਡਾ ਪਿਆਰ ਹੈ। ਕਦੇ ਅਸੀਂ ਕਾਮ ਦੇ ਨਾਲ ਰਲਦੇ ਹਾਂ, ਕਦੇ ਅਸੀਂ ਕ੍ਰੋਧ ਕੋਲ ਜਾਂਦੇ ਹਾਂ। ਇਹਨਾਂ ਦੇ ਨਾਲ ਇਹਨਾਂ ਦਾ ਕੰਟਰੋਲ ਹੈ ਸਾਰਾ। ਉਹ ਆਂਦੇ ਤੁਸੀਂ ਇਹਨਾਂ ਨੂੰ ਬਾਹਰ ਕੱਢ ਦਿਓ, ਇਹਨਾਂ ਨੂੰ ਇੱਥੋਂ ਭਜਾ ਦਿਓ, ਇਹਨਾਂ ਨੂੰ ਪਾਸੇ ਕਰ ਦਿਓ, ਆਤਮਾ ਦੀ ਸ਼ਰਨ ਚਲੇ ਜਾਓ, ਸੌਖੀ ਸੌਖ। ਇਹ ਰੁਕਾਵਟ ਖੜੀ ਕਰਨਗੇ ਤੁਹਾਨੂੰ। ਜਦੋਂ ਮਨ ਚੱਲੇਗਾ ਨਾ, ਇਹ ਕਈ ਬੰਧਨ ਲਾਉਣਗੇ ਵੀ ਜੇ ਮਨ ਆਤਮਾ ਰਾਮ ਸ਼ਰਨ ਚਲਾ ਗਿਆ ਅਤੇ ਕੰਟਰੋਲ ਉਹਦੇ ਹੱਥ 'ਚ ਆ ਗਿਆ, ਸਾਨੂੰ ਹੁਕਮ ਮੰਨਣਾ ਪਏਗਾ। ਅਤੇ ਜੇ ਹੁਕਮ ਮੰਨਣਾ ਪਿਆ ਸਾਡੇ, ਅਸੀਂ ਮਤਹਿਤ ਹੋ ਜਾਵਾਂਗੇ ਉਹਨਾਂ ਦੇ, ਸਾਡੀ ਚੱਲਣੀ ਨਹੀਂ। ਇਸ ਕਰਕੇ ਇਹਨਾਂ ਦਾ ਪੂਰਾ ਜ਼ੋਰ ਲੱਗੇਗਾ। 8 ਪ੍ਰਕਾਰ ਦੀ ਮਾਇਆ ਇਹ ਤੁਹਾਡੇ ਅੱਗੇ ਸੁੱਟ ਦੇਣਗੇ। 8 ਪ੍ਰਕਾਰ ਦੀ ਮਾਇਆ, ਕਾਲ ਦੇ ਕੋਲ 8 ਪ੍ਰਕਾਰ ਦੀ ਮਾਇਆ ਹੈ। ਜੋ ਤੁਸੀਂ ਇੱਧਰ ਨੂੰ ਚੱਲੋਗੇ, ਸਭ ਤੋਂ ਪਹਿਲਾਂ ਇਹ ਜਿਹੜਾ ਸਰੀਰ ਹੈ, ਇਹਦੇ ਵਿੱਚ ਕੋਈ ਨਾ ਕੋਈ ਨੁਕਸ ਪਾਉਣਗੇ, ਕਿਉਂਕਿ ਤੱਤਾਂ ਦਾ ਬਣਿਆ ਹੋਇਆ ਹੈ, ਕਾਲ ਦੇ ਮਤਹਿਤ ਹੈ। ਅਤੇ ਜਿੱਥੋਂ ਤੱਕ ਕਾਲ ਦਾ ਜ਼ੋਰ ਹੈ, ਉੱਥੋਂ ਤੱਕ ਆਪਣਾ ਲਾਏਗਾ ਪੂਰਾ। ਕਿਸੇ ਨੂੰ ਬਿਮਾਰ ਕਰ ਦੇਗਾ, ਕੋਈ ਬਿਮਾਰੀ ਲਾ ਦੇਗਾ,
छोटी मोटी भी ये समझण भी मैं अज संगत में गया सी। अज मैं जैसा हूँ एक आंदा भी जदों मैं संगत जाना ना उदों मैं दुखी हो जाना, मैनू कोई ना कोई लग जाता बीमारी। इसे करके पहले स्टैप तो यो ही खेल है। बुखार चढ़ जाएगा, जोड़े नवे नवे आते ने कई दफ़ा गुरमुख उन्होंने ध्यान रखन भी ऐसा होएगा। उन्होंने ध्यान नहीं देना, अभ्यास जारी रखना। थोड़े चिर बाद की करेगा, आर्थिक तौर पर थोड़ा जिहा कमज़ोर करेगा, क्योंकि इत्थे भी काल का दायरा है। आर्थिक तौर पर किसी ना किसी पासों कोई झुंडी वड्डेगा तुहानूं, तो जीव जिहड़ा वो रस्ता छड्डण की कोशिश करे कि मैं तो फुरना देगा भी नाम जपदा सी, पहले चंगा उधर जाते सी फलाने कोल, उत्थे काम ठीक सी। जदों दा नाम जपन लगे ना उदों दा ऐसा हो गया, क्योंकि वो तो पहले ही काल के दायरे में उधर तक कोई चलेगा ही नहीं खेल। जदों नाम जपन लगे उदों ऐसा होएगा, ध्यान नहीं देना। फिर की होएगा, आर्थिक तौर पर बहुत मजबूत कर देगा, इन्ना धन सुट देगा, संभाल नहीं सकते। वो जीव उलझेगा भी चलो कोई गल नहीं, सारा कुछ ठीक हो गया। उत्थे भी चलना है अगे, थोड़ा जिहा होर उपर उठोगे रिधी सीधी आ जाएगी। फिर बचन जिहड़े ने वो तुहाडे पूरे होने शुरू हो जाएंगे। थोड़े थोड़े बचन, एक अद्धा बचन कुछ सोचा वो कम हो गया तुहाडा, किसी नूं याद करते सी वो मिलण वास्ते आ गया। इहो जिहियां गल्लां वो समझेगा भी चलो हुण ही हट जान। लेकिन इधर नूं भी नहीं चलना, ये बहुत थोड़ा छोटा खेल है। ज़्यादातर जीव इत्थे फस जाते हैं, आंदे चाले थे हर मिलन को, बीचे अटको चीत, सिख साखा बहुते किए, केशो कियो ना मीत। दो चार वचन किसी को कह देते पूरा हो गया, वो कहेगा जी चेले बन गए 10-15, वो कहेगा बहुत वधिया। इन्हें जी जीव खुश हो जाता है। इसो थोड़ा जिहा होर उपर उठना, होर उपर उठोगे एक माया आएगी, तो आकार भी वड्डा छोटा हो जाएगा। वड्डा छोटा आकार करने की कला आ जाएगी तुहाडे कोल। ये भी एक तरह की माया है। गुप्त रूप दे विच प्रगट होने की माया आ जाएगी। गुप्त हो जाओगे, ये नाटक चेटक शुरू हो जाएंगे। इत्थे ध्यान नहीं देना, इसो उपर चलना है। जदों इस उपर तो चलते जावांगे, असीं चलांगे आत्मा राम की शरण विच, सतगुर की शरण विच। वो झिड़क देणगे इन्हां नूं, ये माया पासे हो जाएगी। जदों ये माया पासे हो गई, फिर साडा खेल चलेगा। इस करके आपां नूं तो थोड़ा चिर घेरदी है, क्योंकि आपां गुरु दे राही जांदे हां। बहुते जिहड़े जीव ऐसा जदों चलते हैं अपनी मत द्वारा, उन्होंने फिर ज़्यादा लम्मा समा घेरती रहिंदी है। आप जो शब्द का अभ्यास करते करते सहज में चले गए, ये बाईपास रास्ता है साडा, सीधा असी बाईपास हो गए, ये काल नूं भी नहीं पता लगेगा। आप अभ्यास करते करते सहज गए, इतों सीधा ही शब्द नूं पकड़े, सीधा माया हेठां रह गई, असी उपर उठ गए। जिथे शब्द की शरण में तुसीं चले गए, उतों इहदा असर नहीं होएगा काल का, क्योंकि शब्द तो पासे हट जाता है। जय साधु गोबिंद भजन, नानक कीर्तन नीत, ना हो ना तू न छुटे, निकट न जाई हो दूत। इस करके गुरु नानक देव महाराज सच्चे पातशाह ने सहज का मार्ग चुनिया भी आप अभ्यास करते करते सीधा नहीं जा रहे, असी सहज विच पाउण नूं छड्ड गए। तो जिथों तक पाउण है, पाउण के दायरे में अभ्यास करते जाओगे तो ये माया प्रगट होती जाएगी, रिधियां सीधियां प्रगट होंदियां जाणगियां। ये उन्नी देर तक जिन्नी देर तक तुसीं पाउण नूं छड्डदे नहीं। जदों पाउण नूं छड्डण लग पे, फिर इसदा असर नहीं होएगा तुहाडे उपर। असीं शब्द की शरण में चले गए। सो इस आपां नाल नाल अभ्यास करना है सारिਆਂ ने। ये रस्ता असल जो गुरु नानक देव महाराज सच्चे पातशाह ने सतगुरु श्री गुरु ग्रंथ ਸਾਹਿਬ बाणी द्वारा सानूं दस्सिआ है, असीं उस रस्ते ते चल रहे हैं। सो ये नाल नाल सफ़र जारी रखना है, तां जो असीं अपनी मंजिल तक पहुँच सकीए। सो इन्नियां को बेनतियां ने। सारिਆਂ ने अगली दफ़ा आपां गुरमुखां दी याद विच समागम मनांगे। ऐतवार नूं सहज पाठ के भोग पैणगे।
ਸਾਰਿਆਂ ਨੇ ਆਪਣੇ ਪਰਿਵਾਰਾਂ ਦੇ ਸਮੇਤ ਪਹੁੰਚਣਾ ਹੈ। ਆਪਾਂ ਸਾਰੇ ਇੱਥੇ ਸਮਾਗਮ ਹੋਏਗਾ, ਅਭਿਆਸ ਹੋਏਗਾ, ਨਾਲ ਗੁਰਮੁਖ ਬੱਚੇ ਬੱਚੀਆਂ ਕੀਰਤਨ ਕਰਨਗੇ, ਅਭਿਆਸ ਕਰਾਂਗੇ ਸਾਰੇ। ਸੋ ਟਾਈਮ ਇਹੋ ਹੀ ਹੋਏਗਾ, ਥੋੜ੍ਹਾ ਜਿਹਾ 9 ਵਜੇ ਸ਼ੁਰੂ ਹੋ ਜਾਏਗਾ ਸਮਾਗਮ, ਔਰ ਇਸੇ ਤਰ੍ਹਾਂ ਇਹ 1:30-2 ਵਜੇ ਤੱਕ ਚੱਲਦਾ ਰਹੇਗਾ। ਇਸੇ ਤਰ੍ਹਾਂ ਸਾਰਿਆਂ ਨੇ ਪਹੁੰਚਣਾ ਹੈ। ਇਸ ਰਸਤੇ ਚੱਲਦਿਆਂ ਜੇ ਕਿਸੇ ਨੂੰ ਕੋਈ ਅਨੁਭਵ ਹੁੰਦਾ ਹੋਵੇ ਜਾਂ ਕੋਈ ਰੁਕਾਵਟ ਆਉਂਦੀ ਹੋਵੇ ਤਾਂ ਸੰਪਰਕ ਰੱਖ ਲਿਆ ਕਰੋ ਵੀ ਆਪਾਂ ਸਹਿਜ ਦੇ ਮਾਰਗ 'ਤੇ ਚੱਲਣਾ ਹੈ, ਕੋਈ ਸਾਡਾ ਨੁਕਸਾਨ ਨਾ ਹੋਵੇ, ਕੋਈ ਰੁਕਾਵਟ ਨਾ ਜ਼ਿਆਦਾ ਆ ਜਾਏ। ਇੱਕ ਦੂਸਰੇ ਨਾਲ ਆਪਾਂ ਸੰਪਰਕ ਰੱਖਦੇ ਜਾਣਾ ਹੈ, ਪੁੱਛਦਿਆਂ ਜਾਣਾ ਹੈ ਇੱਕ ਦੂਸਰੇ ਨੂੰ, ਗੁਰਬਾਣੀ ਦੇ ਨਾਲ ਵਿਚਾਰ ਕਰਦੇ ਜਾਣਾ। ਇਸ ਕਰਕੇ ਘਰ ਵਿੱਚ ਸਹਿਜ ਪਾਠ ਕਰਿਆ ਕਰੋ। ਜੇ ਕਿਸੇ ਨੂੰ ਗੁਰਬਾਣੀ ਦੀ ਪੋਥੀ ਚਾਹੀਦੀ ਹੋਵੇ ਤਾਂ ਇੱਥੋਂ ਲੈ ਜਾਇਆ ਕਰੋ, ਫਿਰ ਪੜ੍ਹ ਕੇ ਪਾਠ ਇੱਥੇ ਦੇ ਸਕਦੇ ਹੋ। ਜਿੰਨਾ ਤੁਸੀਂ ਨਾਲ ਨਾਲ ਬਾਣੀ ਨੂੰ ਪੜ੍ਹੋਗੇ, ਸਮਝੋਗੇ, ਓਨੇ ਹੀ ਇਹ ਜਿਹੜੀ ਕਥਾ ਹੈ, ਕਥਾ ਜਦੋਂ ਚੱਲੇਗੀ ਸਮਝ ਵਿੱਚ ਆਏਗੀ, ਫਿਰ ਨਾਲ ਤੁਸੀਂ ਕਿਸੇ ਨਾਲ ਵਿਚਾਰ ਵੀ ਕਰ ਸਕਦੇ ਹੋ। ਸੋ ਇਸ ਕਰਕੇ ਨਾਲ ਨਾਲ ਇਹ 2-4 ਗੱਲਾਂ ਧਿਆਨ ਦੇ ਵਿੱਚ ਰੱਖਣੀਆਂ ਨੇ। ਸੋ ਹੁਣ ਇੱਥੇ ਸਮਾਪਤੀ ਹੈ। ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦਾ ਪਾਠ ਹੋਏਗਾ ਅਤੇ ਫਿਰ ਆਪਾਂ ਹੁਕਮਨਾਮਾ ਸੁਣਾਂਗੇ, ਫਿਰ ਗੁਰੂ ਕਾ ਲੰਗਰ, ਫਿਰ ਸਮਾਪਤੀ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।